ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਆਪਣੀ ਟਾਈਪਿੰਗ ਦੀ ਕਲਾਸ ਨੰਬਰ 2 ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਾਂ ਪਹਿਲੀ ਕਲਾਸ ਕੀਤੀ ਸੀ ਟਾਈਪਿੰਗ ਦੀ। ਸੋ ਟਾਈਪਿੰਗ ਦੀ ਬੇਸਿਕ ਕਲਾਸ ਦੇ ਵਿੱਚ ਆਪਾਂ ਇਸ ਤੋਂ ਪਿਛਲੀ ਕਲਾਸ ਦੇ ਵਿੱਚ ਜਿਹੜੀ ਆਪਣੀ ਮਿਡਲ ਰੋ ਹੁੰਦੀ ਆ ਕੀਬੋਰਡ ਦੀ ਰਾਵੀ ਫੌਂਟ ਲਈ, ਉਹਦੇ ਵਿੱਚ ਕਿਹੜੇ-ਕਿਹੜੇ ਅੱਖਰ ਪੈਂਦੇ ਨੇ ਤੇ ਉਹਨਾਂ ਦਾ ਆਪਾਂ ਅਭਿਆਸ ਵੀ ਕੀਤਾ ਸੀ। ਠੀਕ ਆ ਜੀ। ਹੁਣ ਆਪਾਂ ਅਗਰ ਗੱਲ ਕਰੀਏ ਤਾਂ ਆਪਾਂ ਇਸ ਚੈਨਲ ਦੇ ਉੱਤੇ ਜੋ 917 ਪੋਸਟਾਂ ਕਲਰਕ ਦੀਆਂ, ਠੀਕ ਆ ਜੀ, ਸੋ ਇੱਕ 567 ਪੋਸਟਾਂ ਅੱਜ ਹੋਰ ਅਨਾਉਂਸ ਹੋ ਚੁੱਕੀਆਂ। ਠੀਕ ਆ ਜੀ। 1484 ਪੋਸਟਾਂ ਲਈ ਆਪਾਂ ਤੁਹਾਨੂੰ ਟਾਈਪਿੰਗ ਹੋ ਗਈ ਚਾਹੇ ਆਪਣੀ ਜੀਕੇ ਹੋ ਗਈ, ਇਹਦੀ ਤਿਆਰੀ ਆਪਾਂ ਤੁਹਾਨੂੰ ਇੱਥੇ ਆਪਣੇ ਇਸੇ ਚੈਨਲ ਦੇ ਉੱਤੇ ਫ੍ਰੀ ਆਫ ਕਾਸਟ ਕਰਾਵਾਂਗੇ। YouTube ਲੈਕਚਰ ਹੋਣਗੇ ਤੇ ਨਾਲ ਤੁਹਾਨੂੰ PDF ਆਪਣੀ ਚੈਨਲ ਦੇ ਉੱਤੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਏਗੀ। ਸੋ ਜੀ ਸ਼ੁਰੂ ਕਰਦੇ ਹਾਂ ਆਪਣੀ ਟਾਈਪਿੰਗ ਲਈ। ਮੈਂ ਪਹਿਲੀ ਕਲਾਸ ਲਾ ਦਿੱਤੀ ਹੋਈ ਆ ਜਿਹਦੇ ਵਿੱਚ ਆਪਾਂ ਵਿਚਾਲੇ ਵਾਲੀ ਲਾਈਨ ਪੁੱਛੀ ਸੀ। ਠੀਕ ਆ ਜੀ। ਸੋ ਨੈਕਸਟ ਕਰਦੇ ਹਾਂ ਜੀ ਸ਼ੁਰੂ ਆਪਾਂ। ਹੁਣ ਦੇਖੋ ਜੀ, ਇਦਾਂ ਦਾ ਹੁੰਦਾ ਕੀਬੋਰਡ। ਠੀਕ ਆ ਜੀ। ਪੰਜਾਬੀ ਦਾ ਜਦੋਂ ਆਪਾਂ ਇਹ ਵੀ ਮੈਂ ਤੁਹਾਡਾ ਉਹਦੇ ਵਿੱਚ ਸ਼ੇਅਰ ਕੀਤਾ ਹੋਇਆ ਵਾ ਟੈਲੀਗ੍ਰਾਮ ਦੇ ਉੱਤੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਸੋ ਇਹਨੂੰ ਤੁਸੀਂ ਆਪਦੇ ਜੋ ਜਿੱਥੇ ਤੁਹਾਡਾ ਕੰਪਿਊਟਰ ਟੇਬਲ ਹੈ ਉਹਦੇ ਬਿਲਕੁਲ ਸਾਹਮਣੇ ਚਿਪਕਾ ਲੈਣਾ ਵਾ। ਉਹ ਵੀ ਜਦ ਤੱਕ ਤੁਹਾਨੂੰ ਬੇਸਿਕ ਅੱਖਰ ਯਾਦ ਨਹੀਂ ਹੁੰਦੇ, ਜਾਂ ਤੁਸੀਂ ਬਿਲਕੁਲ ਮੂਹਰੇ ਆਪਣੇ ਕੰਪਿਊਟਰ ਟੇਬਲ ਦੇ ਮੂਹਰੇ ਵੀ ਰੱਖ ਸਕਦੇ ਹੋ, ਜਿੱਥੇ ਕੀਬੋਰਡ ਪਿਆ ਹੁੰਦਾ ਉੱਥੇ ਵੀ ਤੁਸੀਂ ਰੱਖ ਸਕਦੇ ਹੋ। ਦੇਖੋ ਇਹਦੇ ਉੱਤੇ ਸਾਰੇ ਅੱਖਰ ਲਿਖੇ ਹੋਏ ਆ ਕਿ ਕਿਹੜਾ ਅੱਖਰ ਕਿਵੇਂ ਪੈਂਦਾ ਵਾ, ਕਿਹਦੇ ਨਾਲ ਕਿਹੜਾ ਅੱਖਰ ਪੈਂਦਾ, ਸਾਰਾ ਕੁਝ ਦਿੱਤਾ ਹੋਇਆ ਆ। ਜਿੱਦਾਂ ਕਿ ਥੱਲੇ ਵਾਲੇ ਅੱਖਰ ਨੇ, ਜਿਹੜੇ ਥੱਲੇ ਵਾਲੇ ਅੱਖਰ ਹੈਗੇ ਨੇ ਜਿਹੜੇ ਕਿ ਸ਼ਿਫਟ ਨਾਲ ਪੈਂਦੇ ਨੇ, ਜਿਹੜੇ ਉੱਪਰ ਵਾਲੇ ਅੱਖਰ ਨੇ ਉਹ ਹੁੰਦੇ ਨੇ ਜਿਹੜੇ ਬਿਨਾਂ ਸ਼ਿਫਟ ਤੋਂ ਪੈਂਦੇ ਨੇ। ਆ ਦੇਖੋ ਜਿਹੜੇ ਉੱਪਰ ਲਿਖੇ ਹੋਏ ਨੇ ਨਾ, ਆ ਉੱਪਰ ਵਾਲੇ ਅੱਖਰ ਇਹ ਵਾਲੇ ਬਿਨਾਂ ਸ਼ਿਫਟ ਤੋਂ ਹੁੰਦੇ ਨੇ। ਠੀਕ ਹੈ ਜੀ। ਸੋ ਆਪਾਂ ਪਹਿਲਾਂ ਵਿਚਾਲੇ ਵਾਲੀ ਲਾਈਨ ਕਰ ਲਈ ਸੀ। ਇਹਦੇ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਤੁਸੀਂ ਹੱਥ ਕਿੱਥੇ ਕਿੱਥੇ ਰੱਖਣੇ ਆ। ਦੇਖੋ ਜੀ, ਜਿਹੜੇ ਤੁਹਾਡੇ ਅੰਗੂਠੇ ਨੇ, ਅੰਗੂਠੇ ਤੁਹਾਡੇ ਇੱਥੇ ਹੋਣੇ ਚਾਹੀਦੇ ਆ। ਦੇਖੋ ਹੁਣ ਤੁਹਾਨੂੰ ਮੈਂ ਇੱਕ ਵਾਰੀ ਫੇਰ ਥੋੜਾ ਜਿਹਾ ਦੱਸ ਦਵਾਂ। ਠੀਕ ਹੈ ਜੀ। ਓਵਰਵਿਊ ਦੇ ਦਿਆਂ। ਸੋ ਤੁਹਾਡੇ ਦੋਨੇ ਅੰਗੂਠੇ, ਖੱਬਾ ਅੰਗੂਠਾ ਤੇ ਸੱਜਾ ਅੰਗੂਠਾ ਤੁਹਾਡਾ ਇੱਥੇ ਹੋਣੇ ਚਾਹੀਦੇ ਨੇ। ਠੀਕ ਆ। ਇੱਥੇ ਰਾਈਟ, ਇੱਥੇ ਲੈਫਟ। ਠੀਕ ਆ ਜੀ। ਹੁਣ ਖੱਬੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲ ਹੁੰਦੀ ਆ ਉਹ ਤੁਹਾਡੀ ਕਿੱਥੇ ਹੋਣੀ ਚਾਹੀਦੀ ਆ? ਜਿਹੜੀ ਤੁਹਾਡੀ ਉਂਗਲ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ F ਦੇ ਉੱਤੇ, ਇੱਥੇ। ਠੀਕ ਆ। ਉਹਦੇ ਨਾਲ ਵਾਲੀ ਉਂਗਲ D ਤੇ, ਉਹਦੇ ਨਾਲ ਵਾਲੀ ਉਂਗਲ S ਤੇ ਉਹਦੇ ਨਾਲ ਵਾਲੀ ਉਂਗਲ A ਤੇ। ਹੁਣ ਤੁਸੀਂ ਕੰਪਿਊਟਰ ਦੇ ਉੱਤੇ ਬੈਠੇ ਹੋ ਤਾਂ ਤੁਸੀਂ ਆਪਦੀਆਂ ਉਂਗਲਾਂ ਇਸ ਟਾਈਮ ਟਿਕਾ ਲਓ, ਨਾਲ ਮੂਹਰੇ ਆਪਣਾ ਇਹ ਜੋ ਕਲਾਸ ਚੱਲ ਰਹੀ ਆ ਉਹਨੂੰ ਲਾਈ ਚੱਲੋ। ਜਿੱਥੇ ਤੁਹਾਨੂੰ ਡਾਊਟ ਹੋ ਗਿਆ ਉੱਥੇ ਪਾਊਸ ਕਰਕੇ ਜਾਂ ਪਿੱਛੇ ਰਿਵਾਈਂਡ ਕਰਕੇ ਤੁਸੀਂ ਦੇਖ ਸਕਦੇ ਹੋ। ਹੁਣ ਦੇਖੋ ਜੀ, ਤੁਹਾਡਾ ਜਿਹੜਾ ਰਾਈਟ ਹੱਥ ਨੇ, ਰਾਈਟ ਹੱਥ ਦੀ ਜਿਹੜੀ ਤੁਹਾਡੀ ਅੰਗੂਠੇ ਦੀ ਪੋਜੀਸ਼ਨ ਇਸੇ ਸਪੇਸ ਬਾਰ ਦੇ ਨੇੜੇ ਤੇੜੇ ਰਹੇਗੀ। ਠੀਕ ਆ। ਉੱਥੇ ਰੱਖਣੀ ਆ ਤੁਸੀਂ। ਤੇ ਨਾਲ ਹੀ ਤੁਸੀਂ ਕੀ ਕਰਨੀ ਆ ਜੀ, ਜੇ ਦੇ ਉੱਤੇ ਤੁਹਾਡੀ ਅੰਗੂਠੇ ਦੇ ਨਾਲ ਵਾਲੀ ਉਂਗਲ, ਉਹਦੇ ਨਾਲ ਵਾਲੀ ਕੇ ਦੇ, ਉਹਦੇ ਨਾਲ ਵਾਲੀ L ਤੇ ਉਹਦੇ ਨਾਲ ਵਾਲੀ ਜਿਹੜੀ ਉਂਗਲ ਹੁੰਦੀ ਆ ਤੁਹਾਡੀ ਉਹ ਤੁਸੀਂ ਇਸ ਤਰ੍ਹਾਂ ਜੋ ਸੈਮੀ ਕਾਲਮ ਬਣਿਆ ਹੋਇਆ ਹੈ ਉਹਦੇ ਉੱਤੇ ਰੱਖ ਲੈਣਾ। ਹੁਣ ਫਿਲਹਾਲ ਤੁਸੀਂ ਆਪਦੇ ਹੱਥ ਟਿਕਾਲੇ ਹੋਣਗੇ। ਜਦੋਂ ਵੀ ਤੁਸੀਂ ਆਪਦੀਆਂ ਉਂਗਲਾਂ ਨੂੰ ਮੂਵ ਕਰਨਾ ਵਾ, ਠੀਕ ਆ, ਉਸੇ ਉਂਗਲ ਨਾਲ ਉਹੀ ਅੱਖਰ ਪਾਉਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਇਹਦੇ ਅਕੋਰਡਿੰਗ। ਹੁਣ ਦੇਖੋ ਜੀ, ਜਦੋਂ ਤੁਹਾਨੂੰ G ਦਾ ਯੂਜ਼ ਕਰਨਾ ਪਊਗਾ ਤਾਂ ਤੁਸੀਂ ਜਿਹੜੀ ਉਂਗਲ ਤੁਹਾਡੀ F ਤੇ ਆ, ਠੀਕ ਆ, ਪਹਿਲੀ ਉਂਗਲ ਅੰਗੂਠੇ ਦੇ ਨਾਲ ਵਾਲੀ, ਇਹਨੂੰ ਹੀ ਤੁਸੀਂ ਮੂਵ ਕਰਕੇ G ਤੇ ਲੈ ਕੇ ਜਾਣਾ। ਦੁਬਾਰਾ ਫਿਰ ਤੁਸੀਂ F ਤੇ ਵਾਪਸ ਲੈ ਜਾਣਾ। ਪਹਿਲਾਂ ਤੁਹਾਨੂੰ ਔਖਾ ਲੱਗੂਗਾ, ਕੱਲਾ ਕੱਲਾ ਅੱਖਰ ਪਾਓ, ਕੋਈ ਇਸ਼ੂ ਵਾਲੀ ਗੱਲ ਨਹੀਂ ਗੀ। ਦੇਖ ਕੇ ਪਾਓ ਅੱਖਰ। ਮੈਂ ਤੁਹਾਨੂੰ ਫਿਰ ਬਾਰ-ਬਾਰ ਕਹਿ ਰਿਹਾ, ਦੇਖ ਕੇ, ਕੰਪਿਊਟਰ ਵੱਲ ਦੇਖ ਕੇ ਅੱਖਰ ਪਾ ਲਓ, ਥੱਲੇ ਕੀਬੋਰਡ ਵੱਲ ਦੇਖ ਕੇ ਵੀ ਅੱਖਰ ਪਾ ਲਓ। ਜਦੋਂ ਤੁਸੀਂ ਸਿੱਖ ਜਾਓਗੇ ਇਹਨੂੰ, ਇੱਕ ਵਾਰੀ ਤੁਹਾਨੂੰ ਅੱਖਰ ਪਤਾ ਲੱਗਣ ਲੱਗੇ, ਉਸ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਆਰਾਮ ਦੇ ਨਾਲ ਬਿਨਾਂ ਦੇਖੇ ਆਰਾਮ ਨਾਲ ਟਾਈਪਿੰਗ ਹੋ ਜਾਏਗੀ ਤੁਹਾਡੀ, ਤੇ 30+ ਸਪੀਡ ਵੀ ਤੁਹਾਡੀ ਬਹੁਤ ਜਲਦੀ ਬਣ ਜਾਏਗੀ। ਹੁਣ ਦੇਖੋ ਜੀ, ਜਿਹੜਾ ਤੁਹਾਡਾ ਰਾਈਟ ਆ, ਜਿੱਦਾਂ ਆਹ H ਆ ਜੀ ਤੋਂ ਕਿ ਪੱਪਾ ਜਾਂ ਫੱਫਾ ਪੈਂਦਾ ਵਾ, ਤਾਂ ਜੱਜੇ ਦੇ ਨਾਲ ਤੁਸੀਂ ਵਾਲੀ ਅੱਖਰ ਆ ਨਾ, ਜਿਹੜਾ ਤੁਹਾਡਾ ਜੱਜੇ ਦੇ ਨਾਲ ਵਾਲਾ, ਸੋ ਜੱਜੇ ਤੇ ਜਿਹੜੀ ਉਂਗਲ ਆ ਉਹਨੂੰ ਤੁਸੀਂ H ਦੇ ਉੱਤੇ ਲੈ ਜਾਣਾ ਵਾ। ਠੀਕ ਆ। ਜੇ ਤੋਂ ਨਾਲ ਵਾਲੀ H ਤੇ ਆਹ ਪਾਉਣਾ। ਜਦੋਂ ਤੁਸੀਂ ਆਹ ਪਾਉਣਾ, ਟੈਂਕਾ ਪਾਉਣਾ ਮਤਲਬ, ਤਾਂ ਜਿਹੜੀ ਚੱਚੇ ਤੇ ਤੁਹਾਡੀ ਚੀਚੀ ਆ ਨਾ, ਇਸ ਟਾਈਮ ਚੀਚੀ ਨੂੰ ਤੁਸੀਂ ਵਾਪਸ ਇਹ ਤੇ ਲੈ ਕੇ ਜਾਣਾ ਤੇ ਦੁਬਾਰਾ ਫਿਰ ਤੁਸੀਂ ਵਾਪਸ ਚੱਚੇ ਦੇ ਉੱਤੇ ਲੈ ਆਉਣਾ ਵਾ। ਸੋ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ। ਅਗਰ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਇੱਕ ਵਾਰ ਫਿਰ ਰਿਵਾਈਂਡ ਕਰਕੇ ਆਪਦੀਆਂ ਉਂਗਲਾਂ ਇਸ ਹਿਸਾਬ ਨਾਲ ਟਿਕਾ ਲਓ ਕਿ ਉੱਥੇ ਤੁਹਾਡੀਆਂ ਉਂਗਲਾਂ ਟਿਕ ਜਾਣ। ਠੀਕ ਹੈ ਜੀ। ਹੁਣ ਆਪਾਂ ਪਹਿਲੀ ਕਲਾਸ ਜਿਹੜੀ ਕੀਤੀ, ਸੋ ਇਹ ਜ਼ਿਆਦਾ ਔਖੀ ਨਹੀਂ ਹੁੰਦੀ। ਅਗਰ ਤੁਹਾਨੂੰ ਲੱਗੇਗਾ ਕਿ ਬਾਅਦ ਚੋਂ ਸ਼ਿਫਟ ਦੇ ਨਾਲ ਤੁਹਾਨੂੰ ਦਿੱਕਤ ਆਊਗੀ, ਸੋ ਇਹ ਬਹੁਤ ਸੌਖਾ ਹੁੰਦਾ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਨਾ। ਇਹਨਾਂ ਦਾ ਦੇਖੋ, ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਤੁਹਾਨੂੰ ਪਤਾ ਵਾ ਕਿ ਆਪਾਂ ਵਿਚਾਲੇ ਵਾਲੀ ਲਾਈਨ ਹੋ ਗਈ, ਠੀਕ ਹੈ, ਰਾਰਾ ਦਾ ਆਪਾਂ ਯੂਜ਼ ਕਰਦੇ ਹਾਂ ਜੇ ਨਾਲ। ਹੁਣ ਸ਼ਿਫਟ ਦੇ ਨਾਲ ਕੀ ਪੈ ਗਿਆ? ਰਾੜਾ। ਕੱਕੇ ਤੋਂ ਬਾਅਦ ਕੀ ਆਉਂਦਾ ਹੁੰਦਾ? ਖੱਖਾ ਹੁੰਦਾ ਹੁੰਦਾ ਨਾ, ਸ਼ਿਫਟ ਨਾਲ ਖੱਖਾ ਪੈ ਜਾਣਾ। ਤੱਤੇ ਤੋਂ ਬਾਅਦ ਕੀ ਆਉਂਦਾ ਹੁੰਦਾ? ਤੱਤੇ ਤੋਂ ਬਾਅਦ ਥੱਥਾ ਆਉਂਦਾ ਹੁੰਦਾ, ਤਾਂ ਥੱਥਾ ਪੈ ਜਾਣਾ ਸ਼ਿਫਟ ਨਾਲ। ਜਦੋਂ ਇਹੀ ਅੱਖਰ ਨੂੰ ਤੁਸੀਂ ਸ਼ਿਫਟ ਦੇ ਨਾਲ ਦਬਾਓਗੇ, ਸੋ ਉਹ ਉਸੇ ਅੱਖਰ ਦੇ ਉਸ ਤੋਂ ਅਗਲੇ ਵਾਲਾ ਅੱਖਰ, ਬਹੁਤ ਸਾਰੇ ਇਦਾਂ ਦੇ ਹੈਗੇ ਨੇ ਜਿਹੜੇ ਕਿ ਨਾਮ ਕਿ ਅਗਲਾ ਅੱਖਰ ਹੀ ਪਏਗਾ। ਜਿੱਦਾਂ ਕਿ ਲਾ ਲਓ, ਚੱਚੇ ਤੋਂ ਬਾਅਦ ਕੀ ਆਉਂਦਾ ਹੁੰਦਾ? ਛੱਛਾ ਆਉਂਦਾ ਹੁੰਦਾ ਨਾ, ਤਾਂ ਸ਼ਿਫਟ ਨਾਲ ਛੱਛਾ ਪੈ ਜਾਏਗਾ। ਟੈਂਕੇ ਤੋਂ ਬਾਅਦ ਕੀ ਆਉਂਦਾ ਹੁੰਦਾ? ਠੱਠਾ ਆਉਂਦਾ ਹੁੰਦਾ ਨਾ, ਤਾਂ ਠੱਠਾ ਪੈ ਜਾਏਗਾ। ਇਸੇ ਤਰ੍ਹਾਂ ਮੈਂ ਅਗਰ ਗੱਲ ਕਰਾਂ, ਇੱਥੇ ਇਸੇ ਤਰ੍ਹਾਂ ਆਹ ਵਾਲੀ ਰੋ ਵੀ ਹੁੰਦੀ ਆ। ਠੀਕ ਆ। ਉਹ ਮੈਂ ਤੁਹਾਨੂੰ ਅੱਗੇ ਦੱਸ ਦਾਂਗਾ ਕਿ ਕਿਹੜੀ ਦੇ ਨਾਲ ਕਿਹੜਾ ਪੈਂਦਾ। ਹੁਣ ਜਿਵੇਂ ਆਹ ਦੇਖੋ, ਗੱਗੇ ਤੋਂ ਬਾਅਦ ਕੀ ਆਉਂਦਾ ਹੁੰਦਾ? ਘੱਗਾ ਆਉਂਦਾ ਹੁੰਦਾ। ਦੱਦੇ ਤੋਂ ਬਾਅਦ ਕੀ ਆਉਂਦਾ? ਧੱਦਾ ਆਉਂਦਾ। ਤਾਂ ਜੱਜੇ ਤੋਂ ਬਾਅਦ ਕੀ ਆਉਂਦਾ? ਝੱਜਾ ਹੁੰਦਾ। ਸੋ ਇਹ ਜਿੱਦਾਂ ਦੇ ਵੀ ਇਹ ਨੇ, ਤੁਹਾਨੂੰ ਕੁਛ ਇਦਾਂ ਦੇ ਹੋਣਗੇ ਜਿਹੜੇ ਕਿ ਨਾਲੇ ਨਾਲ ਪੈ ਜਾਣਗੇ, ਕੁਛ ਇਦਾਂ ਦੇ ਹੋਣਗੇ ਜਿਹੜੇ ਉੱਪਰ ਥੱਲੇ ਹੋਣਗੇ। ਸੋ ਜ਼ਿਆਦਾਤਰ ਤੁਹਾਨੂੰ ਕੁਛ ਚੀਜ਼ਾਂ ਤਾਂ ਇੰਨੀਆਂ ਸੌਖੀਆਂ ਲੱਗਣੀਆਂ, ਜਿੱਦਾਂ ਕਿ ਹੁਣ ਤੁਸੀਂ ਲਾ ਲਓ, ਇੱਥੋਂ ਤੁਹਾਨੂੰ ਪਤਾ ਕਿ ਜੀ ਤੋਂ ਮੇਰਾ ਔਂਕੜ ਪੈ ਰਿਹਾ, ਉਸ ਤੋਂ ਅਗਲੀ ਲਾਈਨ ਦੀ ਅਗਰ ਮੈਂ ਗੱਲ ਕਰਾਂ ਤਾਂ
ਜਿਹੜਾ ਤੁਸੀਂ ਟੀ ਤੋਂ ਦੱਬੋਗੇ ਤਾਂ ਉਹਦੇ ਨਾਲ ਦਲੈਂਕੜ ਪੈ ਜਾਊਗਾ, ਉਸ ਤੋਂ ਸੇਮ ਉੱਪਰ ਉਸੇ ਜਿਹੜੀ ਉਂਗਲ ਦੇ ਨਾਲ ਤੁਸੀਂ ਔਂਕੜ ਪਾਇਆ ਥੋੜੀ ਉੱਪਰ ਲੈ ਕੇ ਗਈ ਦਲੈਂਕੜ ਪੈ ਗਿਆ। ਇੱਥੇ ਤੁਹਾਨੂੰ ਪਤਾ ਕਿ ਐਫ ਨਾਲ ਮੇਰੀ ਸਿਹਾਰੀ ਪੈ ਰਹੀ ਆ, ਤੁਸੀਂ ਥੋੜੀ ਜਿਹੀ ਉੱਪਰ ਲੈ ਕੇ ਜਾਓਗੇ ਆਰ ਤੇ ਉਂਗਲ ਤਾਂ ਬਿਹਾਰੀ ਪੈ ਜਾਊਗੀ। ਇੱਥੇ ਤੁਹਾਨੂੰ ਪਤਾ ਵਾ ਕਿ ਇੱਥੇ ਲਾਵਾਂ ਪੈ ਰਹੀਆਂ ਇਸ ਨਾਲ, ਤੇ ਥੋੜੀ ਜਿਹੀ ਉੱਪਰ ਲੈ ਕੇ ਜਾਓਗੇ ਤਾਂ ਦਲਾਵਾਂ ਪੈ ਜਾਣਗੀਆਂ। ਇੱਥੇ ਤੁਹਾਨੂੰ ਪਤਾ ਕਿ ਹੂੜਾ ਪੈ ਰਿਹਾ ਵਾ, ਸੋ ਉਸ ਤੋਂ ਥੋੜਾ ਜਿਹਾ ਉੱਪਰ ਲੈ ਜਾਓਗੇ ਤਾਂ ਕਨੌੜਾ ਪੈ ਜਾਊਗਾ। ਸੋ ਇਹ ਸਾਰੇ ਜਿਵੇਂ ਜਿਵੇਂ ਆਪਣੀਆਂ ਕਲਾਸਾਂ ਹੋਈ ਜਾਣਗੀਆਂ ਤੁਹਾਡੇ ਲਈ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੋਏਗੀ, ਕਿਉਂਕਿ ਇੰਨਾ ਵੀ ਮੁਸ਼ਕਲ ਕੰਮ ਨਹੀਂ ਟਾਈਪਿੰਗ ਦਾ, ਬਸ ਸਹੀ ਤਰੀਕੇ ਦੇ ਨਾਲ ਸਿੱਖੀ ਜਾਵੇ। ਸੋ ਇਹਨੂੰ ਤੁਸੀਂ ਲਾਉਣਾ ਵਾ। ਹੁਣ ਆਪਾਂ ਪਹਿਲੇ ਹੀ ਉਹ ਕੀਤੀ ਸੀ ਹੱਥਾਂ ਦੀ ਪੋਜੀਸ਼ਨ, ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤੀ ਆ, ਠੀਕ ਹੈ। ਬੈਕ ਸਪੇਸ ਲਈ ਜਦੋਂ ਤੁਸੀਂ ਆ ਦੇਖੋ ਇੱਧਰ, ਜਦੋਂ ਤੁਸੀਂ ਕੋਈ ਵੀ ਅੱਖਰ ਗਲਤ ਪਾ ਦਿੱਤਾ ਤਾਂ ਬੈਕ ਸਪੇਸ ਦਾ ਯੂਜ਼ ਕਰਨਾ। ਬੈਕ ਸਪੇਸ ਲਈ ਤੁਸੀਂ ਚੀਚੀ ਦਾ ਯੂਜ਼ ਕਰਨਾ, ਜਿਹੜੀ ਆਹ, ਠੀਕ ਹੈ। ਬਿਲਕੁਲ ਸੱਜੇ ਹੱਥ ਦੀ ਚੀਚੀ ਨੂੰ ਤੁਸੀਂ ਬੈਕ ਸਪੇਸ ਦੇ ਉੱਤੇ ਲੈ ਕੇ ਜਾਣਾ ਵਾ। ਨੈਕਸਟ ਕਰਦੇ ਹਾਂ ਜੀ ਆਪਾਂ, ਠੀਕ ਹੈ ਜੀ। ਹੁਣ ਸਾਰਾ ਤੁਹਾਨੂੰ ਦੱਸਿਆ ਕਿ ਅੰਗੂਠੇ ਤੁਹਾਡੇ ਸਪੇਸ ਬਾਰ ਤੇ। ਹੁਣ ਆਹ ਆਪਾਂ ਕੀਤਾ ਸੀ ਆਲਰੇਡੀ, ਠੀਕ ਆ, ਵੀ ਕਿਹੜਾ ਅੱਖਰ ਕਿਤੋਂ ਪੈਂਦਾ ਵਾ। ਸੋ ਆ ਥੋੜਾ ਜਿਹਾ ਪੇਜ ਦਾ ਨਾ ਮਾਰਜਨ ਚੇਂਜ ਹੋ ਗਿਆ, ਵੈਸੇ ਟੈਂਕਾ ਇੱਥੇ ਆਪਣਾ, ਠੀਕ ਆ। ਦੇਖੋ ਸੇਮ ਟੂ ਸੇਮ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਤੁਹਾਡੀ ਖੱਬੇ ਹੱਥ ਦੀ ਉਂਗਲੀ ਆ, ਠੀਕ ਆ, ਖੱਬੇ ਹੱਥ ਦੀ ਉਂਗਲੀ ਆ, ਅੰਗੂਠੇ ਤੁਹਾਡੇ ਇੱਥੇ ਨੇ, ਠੀਕ ਆ। ਸੋ ਇੱਥੇ ਤੁਹਾਡੇ ਜੇ ਦੇ ਉੱਤੇ ਤੁਹਾਡੀ ਸੱਜੇ ਹੱਥ ਦੀ ਉਂਗਲੀ ਆ, ਤੇ ਸੱਜੇ ਹੱਥ ਦਾ ਜਿਹੜਾ ਅੰਗੂਠਾ ਵਾ ਉਹ ਤੁਹਾਡਾ ਇੱਥੇ ਆ। ਇੱਥੇ ਤੁਸੀਂ ਹੱਥ ਦੂਜੇ ਤੇ ਰੱਖਿਆ ਵਾ, ਇੱਥੇ ਤੁਸੀਂ ਹੱਥ ਰੱਖਿਆ ਹੋਇਆ ਨਾਲ ਵਾਲੀ ਉਂਗਲ ਇਹਦੇ ਤੇ ਜਿਹੜੀ ਉਸ ਤੋਂ ਬਾਅਦ ਟੈਂਕਾ ਜਿਹੜਾ ਮੈਂ ਦੱਸਿਆ ਉਹ ਤੁਸੀਂ ਜਦੋਂ ਪਾਉਣਾ ਚੱਚੇ ਤੋਂ ਨਾਲ ਵਾਲੀ ਉਂਗਲ ਨੂੰ ਹੀ ਮੂਵ ਕਰ, ਬਿਲਕੁਲ ਜਾਣੀ ਕਿ ਨੇੜੇ ਵਾਲੀ ਉਂਗਲ ਦਾ ਯੂਜ਼ ਕਰਨਾ। ਜਦੋਂ ਤੁਸੀਂ ਨਾਲ ਕਰਦੇ ਰਹੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਂ ਇਹਦੇ ਨਾਲ ਜ਼ਿਆਦਾ ਸੌਖਾ ਪੈਂਦਾ ਵਾ, ਠੀਕ ਆ। ਸੋ ਇਸੇ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਆਹ ਜਿੱਦਾਂ ਕਿ ਐਫ, ਜਿਹਦੇ ਨਾਲ ਕਿ ਸਿਹਾਰੀ, ਇਹਦਾ ਮਤਲਬ ਆਹ ਦੇਖੋ ਇੱਧਰ, ਇਹਦਾ ਮਤਲਬ ਨਾ ਪੱਪੇ ਨੂੰ ਔਂਕੜ ਪੂਰਾ ਅੱਖਰ ਨਹੀਂ ਪਊਗਾ, ਇਹਦੇ ਤੇ ਵਰਡ ਦੇ ਉੱਤੇ ਪੈਂਦਾ ਨਹੀਂਗਾ। ਸੋ ਤਾਂ ਕਰਕੇ ਮੈਂ ਪੱਪਾ ਪਾ ਕੇ ਨਾਲ ਔਂਕੜ ਪਾਇਆ ਹੋਇਆ, ਇਹਦੇ ਨਾਲ ਔਂਕੜ ਪੈ ਰਿਹਾ, ਜੀ ਨਾਲ ਆਹ ਐਚ ਦੇ ਨਾਲ ਪੱਪਾ ਪੈ ਰਿਹਾ। ਸੋ ਆਰ ਵਾਲੀ ਉਂਗਲ ਨੂੰ ਤੁਸੀਂ ਐਚ ਤੇ ਲੈ ਕੇ ਗਏ ਫੇਰ ਪਿਆ। ਜਿਹੜੀ ਐਫ ਵਾਲੀ ਆ ਅਗਰ ਆਪਾਂ ਗੱਲ ਕਰੀਏ, ਇੱਥੇ ਸਿਹਾਰੀ ਪੈ ਰਹੀ ਆ, ਨਾ ਕਿ ਰਾਰੇ ਨੂੰ ਸਿਹਾਰੀ ਸੀਗਾ। ਜਦੋਂ ਪਾਉਂਗੇ ਤੁਹਾਨੂੰ ਪਤਾ ਲੱਗ ਜਾ, ਬਟ ਜੇ ਤੁਸੀਂ ਵਰਡ ਦੇ ਵਿੱਚ ਨਾ ਕੱਲੀ ਸਿਹਾਰੀ ਪਾਉਂਗੇ ਉਹ ਪਏਗੀ ਨਹੀਂ। ਸੋ ਇਸੇ ਲਈ ਮੈਂ ਐਡ ਕੀਤਾ ਵਾ ਕਿ ਕੱਲੀ ਸਿਹਾਰੀ ਤੁਹਾਨੂੰ ਪਹਿਲਾਂ ਰਾਰਾ ਕੋਈ ਅੱਖਰ ਪਾਉਣਾ, ਕਿਉਂਕਿ ਜਦੋਂ ਵੈਸੇ ਵੀ ਤੁਸੀਂ ਐਕਚੁਅਲ 'ਚ ਵੀ ਟਾਈਪਿੰਗ ਕਰਦੀਆਂ ਨਾ, ਤਾਂ ਜਦੋਂ ਤੁਸੀਂ ਰਾਰਾ ਤਪਾ ਕੇ ਸਿਹਾਰੀ ਪਾਉਂਗੇ ਉਹ ਸਹੀ ਮੰਨੀ ਜਾਊਗੀ, ਠੀਕ ਆ। ਸੋ ਅਗਰ ਬਾਈ ਚਾਂਸ ਤੁਸੀਂ ਪਹਿਲਾਂ ਸਿਹਾਰੀ ਪਾਉਂਗੇ, ਕਿਉਂਕਿ ਕਈ ਜਗ੍ਹਾ ਦੇ ਉੱਤੇ ਸਿਹਾਰੀ ਵੀ ਪਹਿਲਾਂ ਪੈ ਜਾਏਗੀ, ਨੋਟਪੈਡ ਤੇ ਪਾਓ ਉੱਤੇ ਸਿਹਾਰੀ ਵੀ ਪਹਿਲਾਂ ਪੈ ਜਾਏਗੀ, ਪਰ ਉਹਦੇ ਨਾਲ ਨਾ ਇੱਕ ਇੱਦਾਂ ਗੋਲ ਜਿਹਾ ਬਣ ਜਾਏਗਾ। ਸੋ ਉਹਦਾ ਕੋਈ ਬੈਨੀਫਿਟ ਨਹੀਂ ਹੋਏਗਾ, ਗੋਲ ਜੇ ਤਾਂ ਉਹ ਤਾਂ ਗਲਤੀ ਮੰਨੀ ਜਾਊਗੀ ਤੁਹਾਡੀ। ਇਸੇ ਲਈ ਮੈਂ ਕਿਹਾ ਕਿ ਪਹਿਲਾਂ ਤੋਂ ਆਪਦਾ ਹੱਥ ਉਸ ਹਿਸਾਬ ਨਾਲ ਤੁਹਾਡਾ ਟਿਕ ਜਾਏਗਾ। ਸੋ ਇਹਦੇ ਨਾਲ ਸਿਹਾਰੀ ਪੈਂਦੀ ਆ, ਇਹਦੇ ਨਾਲ ਔਂਕੜ ਪੈਂਦਾ ਵਾ। ਡੀ ਦੇ ਨਾਲ ਤੁਹਾਡਾ ਬਾਈ ਚਾਂਸ ਆਪਾਂ ਕੋਈ ਕਿਸੇ ਵੀ ਅੱਖਰ ਨੂੰ ਆਪਾਂ ਪੈਰ ਦੇ ਵਿੱਚ, ਮੰਨ ਲਓ ਪੱਪੇ ਦੇ ਪੈਰ 'ਚ ਆਪਾਂ ਰਾਰਾ ਪਾਉਣਾ, ਜਦੋਂ ਆਪਾਂ ਪਹਿਲਾਂ ਡੀ ਪਾਵਾਂਗੇ, ਡੀ ਦੱਬ ਦਾਂਗੇ, ਤੇ ਉਸ ਤੋਂ ਬਾਅਦ ਜੇ ਆਪਾਂ ਰਾਰੇ ਦਾ ਵੀ ਯੂਜ਼ ਕਰਨਾ, ਮਤਲਬ ਰਾਰਾ ਕੀ ਤੋਂ ਪੈਣਾ ਵਾ, ਰਾਰਾ ਜੇ ਤੋਂ ਪੈਂਦਾ, ਜਦੋਂ ਆਪਾਂ ਜੇ ਦੱਬਾਂਗੇ ਤਾਂ ਪੱਪੇ ਦੇ ਪੈਰ ਦੇ ਵਿੱਚ ਰਾਰਾ ਪੈ ਜਾਏਗਾ। ਵੈਸੇ ਐਕਚੁਅਲ ਦੇ ਵਿੱਚ ਇਹਦਾ ਤਰੀਕਾ ਹੋਰ ਹੁੰਦਾ, ਜੇ ਫਿਲਹਾਲ ਮੈਂ ਤੁਹਾਨੂੰ ਐਗਜ਼ਾਮਪਲ ਲਈ ਸਮਝਾ ਰਿਹਾ ਕਿ ਜਿਹੜਾ ਬਾਈ ਚਾਂਸ ਕੋਈ ਅੱਖਰ ਇਦਾਂ ਦਾ ਹੁੰਦਾ ਕਿ ਉਹਦੇ ਪੈਰ ਦੇ ਵਿੱਚ ਪੈਣਾ। ਵੈਸੇ ਪੈਰ ਦੇ ਵਿੱਚ ਜਿਹੜੇ ਅੱਖਰ ਹੁੰਦੇ ਨੇ ਉਹਦੇ ਲਈ ਅਲੱਗ ਕੋਡਿੰਗ ਹੈਗੀ ਆ, ਜਿਹੜੀ ਮੈਂ ਤੁਹਾਨੂੰ ਦੱਸ ਦੂੰਗਾ ਇੱਕ ਕਲਾਸ ਦੇ ਵਿੱਚ, ਉਹ ਵੀ ਸਿੱਖ ਲਵਾਂਗੇ ਆਪਾਂ, ਠੀਕ ਆ। ਫਿਲਹਾਲ ਤੁਸੀਂ ਬੇਸਿਕ ਕਰੋ, ਠੀਕ ਆ। ਆਹ ਲੈਫਟ ਹੈਂਡ ਦੀਆਂ ਫਿੰਗਰਸ ਲਿਖੀਆਂ ਹੋਈਆਂ, ਰਾਈਟ ਹੈਂਡ ਦੀਆਂ। ਸੋ ਆਪਾਂ ਸਾਰਾ ਕੀਤਾ ਹੋਇਆ, ਤੁਸੀਂ ਨਾਲ ਦੀ ਨਾਲ ਪਹਿਲਾਂ ਆਹ ਅਭਿਆਸ ਕਰਨਾ। ਕੋ ਤੇ ਇਹਦੇ ਵਿੱਚ ਪੈਰ ਦੇ ਵਿੱਚ ਜਿਹੜਾ ਆਹ ਪੈਂਦਾ ਹੁੰਦਾ, ਠੀਕ ਆ, ਡੰਡੀ ਜੀ, ਤੇ ਸਿਹਾਰੀ ਪਏਗੀ, ਇਹਦੇ ਨਾਲ ਤੁਹਾਡਾ ਔਂਕੜ ਪਏਗਾ, ਠੀਕ ਆ। ਸੋ ਆਹ ਇਹਦੇ ਨਾਲ ਸਿਰਫ ਆਪਣਾ ਲਾਵਾਂ ਪੈ ਰਹੀਆਂ ਨੇ, ਤੇ ਇਹਦੇ ਨਾਲ ਆਪਣਾ ਹੂੜਾ ਪੈ ਰਿਹਾ ਵਾ, ਠੀਕ ਆ। ਸੋ ਇਹ ਤੁਸੀਂ ਧਿਆਨ 'ਚ ਰੱਖਣਾ। ਮੈਂ ਇਹਦੇ ਨਾਲ ਕੋ ਨਹੀਂ ਪੈ ਰਿਹਾ, ਕੋ ਮੈਂ ਤਾਂ ਪਾਇਆ ਵਾ ਜਿਵੇਂ ਜਿਵੇਂ ਤੁਸੀਂ ਨਾਲ ਦੀ ਨਾਲ ਨਾ ਇਸ ਟਾਈਮ ਕੀਬੋਰਡ ਖੋਲ੍ਹ ਕੇ, ਆਪਦਾ ਕੰਪਿਊਟਰ ਖੋਲ੍ਹ ਕੇ ਨਾਲ ਦੀ ਨਾਲ ਟਾਈਪ ਕਰੋਗੇ, ਤੁਹਾਨੂੰ ਤਾਂ ਹੀ ਪਤਾ ਲੱਗੇਗਾ, ਅਦਰਵਾਈਜ਼ ਤੁਹਾਨੂੰ ਇੱਦਾਂ ਸਮਝ ਨਹੀਂ ਆਊਗੀ। ਹੁਣ ਦੇਖੋ ਅੱਗੇ ਕੀ ਕਰਨਾ ਤੁਸੀਂ। ਹੁਣ ਮੇਨ ਇਹਦੇ ਵਿੱਚ ਕੀ ਆ ਜੀ, ਇਹ ਮੈਂ ਸਾਰਾ ਦਿੱਤਾ ਹੋਇਆ ਕਿ ਜਿੱਦਾਂ ਤੁਸੀਂ ਪਰ ਪਾਉਣਾ, ਸਭ ਤੋਂ ਪਹਿਲਾਂ ਤੁਸੀਂ ਇਹਨਾਂ ਅੱਖਰਾਂ ਦੀ ਅਭਿਆਸ ਕਰੀ ਜਾਣਾ। ਇਹਦੇ ਥੱਲੇ 20-30 ਵਾਰੀ ਲਿਖੋ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਇਹਦੇ ਥੱਲੇ 20-30 ਵਾਰੀ ਲਿਖਣਾ ਵਾ, ਠੀਕ ਆ। ਪਹਿਲੀ ਕਲਾਸ ਦੇਖੋ, ਤੁਹਾਡਾ ਇਹ ਵਾਲੀ ਐਕਸਰਸਾਈਜ਼ ਮੈਂ ਕਰਾਤੀ ਆ। ਜਿੱਦਾਂ ਕਿ ਤੁਸੀਂ ਤੱਤਾ ਕੱਕਾ ਪਾਉਣਾ, ਕਿਵੇਂ ਪਾਓਗੇ? ਪਹਿਲਾਂ ਤੁਸੀਂ ਐਲ ਦੱਬੋ, ਫਿਰ ਤੁਸੀਂ ਕੇ ਦੱਬੋ, ਤਾਂ ਉਹ ਤੱਤਾ ਕੱਕਾ ਪੈ ਜਾਏਗਾ ਤੁਹਾਡਾ। ਅੱਖਰ ਮੈਂ ਤੁਹਾਨੂੰ ਦੱਸਿਓ ਕਿ ਹੱਥ ਤੁਹਾਡੇ ਕਿੱਥੇ ਰਹਿਣੇ ਚਾਹੀਦੇ ਆ। ਆ ਸਾਰੀਆਂ ਦੀ ਤੁਸੀਂ ਪ੍ਰੈਕਟਿਸ ਕਰ ਲਈ ਹੋਏਗੀ। ਜਿਹਨੇ ਨਹੀਂ ਕੀਤੀ, ਸਭ ਤੋਂ ਪਹਿਲਾਂ ਇਹ ਵਾਲੀ ਪ੍ਰੈਕਟਿਸ ਕਰੋ, ਤਾਂ ਹੀ ਤੁਸੀਂ ਅਗਲੀ ਕਲਾਸ ਦੇ ਉੱਤੇ ਜਿਹੜੀ ਉੱਪਰ ਵਾਲੀ ਲਾਈਨ ਅੱਜ ਆਪਾਂ ਕਰਨੀ ਆ, ਠੀਕ ਆ। ਅੱਜ ਵਾਲੀ ਹਾਂਜੀ ਦੋਸਤੋ, ਹੁਣ ਆਪਾਂ ਨਾ 2 ਨੰਬਰ ਆਪਣੀ ਜੋ ਐਕਸਰਸਾਈਜ਼ ਆ ਉਹ ਸ਼ੁਰੂ ਕਰਨ ਲੱਗੇ ਆ, ਠੀਕ ਆ ਜੀ। ਜਿਹਦੇ ਵਿੱਚ ਕਿ ਆਪਾਂ ਪਹਿਲੀ ਰੋ ਕਰਾਂਗੇ, ਜਿਹਦੇ ਵਿੱਚ ਕਿ ਆਪਾਂ ਦਿੱਤਾ ਹੋਇਆ ਵਾ ਉਹਨਾਂ ਦਾ ਕਿ ਕਿਹੜੇ ਕਿਹੜੇ ਅੱਖਰ ਦੇ ਨਾਲ ਕੀ ਪੈਂਦਾ ਵਾ। ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਉੱਪਰ ਜਾਂਦੇ ਆ। ਉੱਪਰ ਦੇਖੋ ਜੀ, ਤੁਹਾਡੀ ਇਸ ਟਾਈਮ ਉਂਗਲ ਐਫ ਤੇ ਜੇ ਦੇ ਉੱਤੇ ਹਮੇਸ਼ਾ ਰਹਿਣੀ ਚਾਹੀਦੀ ਹੈ। ਚਾਹੇ ਤੁਸੀਂ ਕਿਤੇ ਵੀ ਕਿਹੜੇ ਵੀ ਅੱਖਰ ਨੂੰ ਟਾਈਪ ਕਰਨਾ, ਤੁਹਾਡੀ ਇੱਕ ਵਾਰੀ ਜਿਹੜੀ ਪੋਜੀਸ਼ਨ ਆ ਐਫ ਤੇ ਜੇ ਦੇ ਨੇੜੇ ਤੇੜੇ ਰਹਿਣੀ ਚਾਹੀਦੀ ਆ, ਠੀਕ ਆ। ਤੁਹਾਡੀ ਪੋਜੀਸ਼ਨ ਇੱਥੇ ਹੀ ਰਹਿਣੀ ਚਾਹੀਦੀ ਆ। ਜਿਹੜੇ ਵੀ ਤੁਸੀਂ ਅੱਖਰ ਪਾਉਣਾ ਵਾ ਉਹਦੇ ਲਈ ਤੁਸੀਂ ਆਪਦੀ ਉਂਗਲ ਉੱਪਰ ਮੂਵ ਕਰਨੀ ਆ। ਹੁਣ ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਿਹੜੇ ਆਹ ਵਾਲਾ ਅੱਖਰ ਆ ਜੇ ਦੇ ਉੱਤੇ ਆ, ਤੁਸੀਂ ਵਾਈ ਪਾਉਣੀ ਆ ਤਾਂ ਤੁਸੀਂ ਆਹੀ ਉਂਗਲ ਨੂੰ ਇੱਥੇ ਲੈ ਕੇ ਜਾਣਾ। ਯੂ ਪਾਉਣਾ ਤਾਂ ਸੇਮ ਉਂਗਲ ਨੂੰ ਇੱਥੇ ਲੈ ਕੇ ਜਾਣਾ। ਬਟ ਜਿਹੜੀ ਤੁਹਾਡੀ ਆਹ ਉਂਗਲ ਆ, ਇਹਦੇ ਨਾਲ ਤੁਸੀਂ ਕੀ ਪਾਉਣਾ ਵਾ? ਗੱਗਾ, ਮਤਲਬ ਆਈ ਯੂ ਹੀ ਦੱਸੂਗਾ। ਜੇ ਮੈਂ ਤੁਹਾਨੂੰ ਐਲ ਤੋਂ ਕੀ ਪਾਉਣਾ, ਐਲ ਵਾਲੀ ਉਂਗਲ ਤੋਂ ਆਪਾਂ ਤੁਸੀਂ ਪਾਉਣਾ ਵਾ ਉਹ ਇੱਥੇ ਤੁਹਾਡੀ ਜਿਹੜੀ ਆਖਰੀ ਉਂਗਲ ਚੀਚੀ ਆ, ਚੀਚੀ ਤੋਂ ਤੁਸੀਂ ਪੀ ਪਾਉਣਾ ਵਾ, ਉੱਪਰ ਜ਼ਿਕਰ ਲੈ ਕੇ ਜਾਣੀ ਆ, ਠੀਕ ਆ। ਸੋ ਨਾਲ ਵਾਲੀ ਜੋ ਉਂਗਲ ਹੈ ਆਪਣੀ, ਠੀਕ ਆ, ਜਿੱਦੋਂ ਆਪਣਾ ਡੱਡਾ ਪੈਣਾ ਵਾ, ਜਾਂ ਮਤਲਬ ਜੋ ਆਪਣੀ ਬ੍ਰੈਕਟ ਹੋ ਗਈ, ਠੀਕ ਆ, ਬ੍ਰੈਕਟ ਆਪਣੀ ਚੀਚੀ ਦੇ ਨਾਲ, ਉਹਦੇ ਨਾਲ ਵਾਲੀ ਵੀ ਚੀਚੀ ਨੂੰ ਹੀ ਲੈ ਕੇ ਜਾਣਾ। ਫਿਰ ਤੁਸੀਂ ਬੈਕ ਸਪੇਸ ਲੈ ਕੇ ਜਾਣਾ, ਉਹਦੇ ਲਈ ਵੀ ਤੁਸੀਂ ਚੀਚੀ ਨੂੰ ਹੀ ਉੱਪਰ ਲੈ ਕੇ ਜਾਣਾ ਵਾ। ਹੁਣ ਇੱਕ ਹੋਰ ਚੀਜ਼ ਸਮਝੋ,
ਇੱਥੇ ਤੁਹਾਡੇ ਲਈ ਮੈਂ ਪਹਿਲੀ ਲਾਈਨ ਦਾ ਤੁਹਾਨੂੰ ਦੱਸਿਆ ਹੋਇਆ। ਹੁਣ ਇਹਦੇ ਵਿੱਚ ਦੂਜੀ ਲਾਈਨ ਦੇ ਵਿੱਚ ਜੇਕਰ ਤੁਸੀਂ ਮੰਨ ਲਓ ਟੀ ਦਾ ਯੂਜ਼ ਕਰਨਾ, ਟੀ ਲਈ ਤੁਸੀਂ ਖੱਬੇ ਹੱਥ ਦੀ ਆਹ ਉਂਗਲ ਯੂਜ਼ ਕਰਨੀ ਆ ਤੇ ਖੱਬੇ ਹੱਥ ਦੀ ਆਹੀ ਉਂਗਲ ਤੁਸੀਂ ਆਰ ਲਈ ਯੂਜ਼ ਕਰਨੀ ਆ, ਠੀਕ ਆ। ਸੋ ਡੀ ਦੇ ਉੱਤੇ ਜਿਹੜਾ ਤੁਹਾਡਾ ਉਹਦੇ ਨਾਲ ਵਾਲੀ ਉਂਗਲ ਆ, ਠੀਕ ਆ, ਉਹਦੇ ਨਾਲ ਤੁਸੀਂ ਈ ਯੂਜ਼ ਕਰਨੀ ਆ। ਉਹਦੇ ਨਾਲ ਵਾਲੀ ਉਂਗਲ ਜੋ ਐਸ ਆ ਉਹਦੇ ਨਾਲ ਤੁਸੀਂ ਡਬਲਿਊ ਯੂਜ਼ ਕਰਨਾ, ਏ ਦੇ ਨਾਲ ਤੁਸੀਂ ਕਿਊ ਯੂਜ਼ ਕਰਨਾ। ਸੋ ਇੰਗਲਿਸ਼ ਦੇ ਵਿੱਚ ਅਜੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਵਾਂ ਕਿਉਂਕਿ ਇੰਗਲਿਸ਼ ਦੇ ਵਿੱਚ ਅਜੇ ਤੁਹਾਨੂੰ ਯਾਦ ਹੋਣਗੇ, ਦੂਜੇ ਤੁਹਾਨੂੰ ਯਾਦ ਹੀ ਨਹੀਂ ਕਿ ਬੱਬਾ ਕਿਤੋਂ ਪੈਣਾ, ਹਾਹਾ ਕਿਤੋਂ ਪੈਣਾ। ਤੁਸੀਂ ਇੰਗਲਿਸ਼ ਦੇ ਅਕੋਰਡਿੰਗ ਆਪਦੇ ਹੱਥ ਮੂਵ ਲੈ ਕੇ ਜਾਣੇ ਆ, ਇਸੇ ਕਰਕੇ ਮੈਂ ਨਾਲ ਇੰਗਲਿਸ਼ ਵੀ ਲਿਖੀ ਆ ਤੇ ਪੰਜਾਬੀ ਵੀ ਲਿਖੀ ਆ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਸੋ ਇਹਨੂੰ ਤੁਸੀਂ ਉੱਪਰ ਆਪਦੇ ਉੱਥੇ ਲਗਾ ਲੈਣਾ ਵਾ, ਅਗਰ ਕੋਈ ਦਿੱਕਤ ਹੋਵੇ ਇੱਕਦਮ ਤੁਸੀਂ ਉੱਪਰ ਦੇਖ ਕੇ ਨਾਲ ਹੀ ਸਹੀ ਹੋ ਜਾਊਗਾ। ਇਹ ਵੀ ਸਿਰਫ ਅਜੇ ਜਿੰਨਾ ਟਾਈਮ ਤੁਸੀਂ ਬੇਸਿਕ ਸਿੱਖਦੇ ਹੋ ਉਹਦੇ ਲਈ ਹੀ ਜ਼ਰੂਰਤ। ਸੋ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਇਹ ਆਪਣੀ ਐਕਸਰਸਾਈਜ਼ ਦਾ ਅਭਿਆਸ। ਦੇਖੋ ਜੀ ਹੁਣ ਦੂਜੀ ਐਕਸਰਸਾਈਜ਼ ਮੈਂ ਕਿਹਾ ਸੀ ਤੁਹਾਨੂੰ ਫਸਟ ਰੋ ਕਰਨ ਬਾਰੇ ਆਪਾਂ, ਠੀਕ ਆ। ਸੋ ਕਿਊ, ਠੀਕ ਆ, ਪਹਿਲਾ ਅੱਖਰ ਸਾਡਾ ਪਹਿਲਾਂ ਆਪਾਂ ਮੰਨ ਲਓ ਇੱਥੇ ਆਪਣੀਆਂ ਉਂਗਲਾਂ ਸੀਗੀਆਂ ਐਫ ਤੇ ਜੇ ਤੇ ਸੀਗੀਆਂ। ਸੋ ਜੇਕਰ ਤੁਸੀਂ ਆਪਾਂ ਆਰ ਦੱਬਣੀ ਆ, ਠੀਕ ਆ, ਆਰ ਦੇ ਨਾਲ ਤੁਹਾਡੀ ਬਿਹਾਰੀ ਪਏਗੀ, ਠੀਕ ਆ, ਧਿਆਨ ਰੱਖਣਾ। ਖੱਬੇ ਹੱਥ ਲਈ ਮੈਂ ਅਲੱਗ ਮੈਂਸ਼ਨ ਕੀਤਾ, ਸੱਜੇ ਲਈ ਅਲੱਗ। ਆਰ ਦੇ ਨਾਲ ਤੁਹਾਡੀ ਕੀ ਪਏਗੀ ਬਿਹਾਰੀ, ਇਹਦੇ ਆਰ ਦੇ ਨਾਲ ਟੀ ਹੁੰਦਾ ਵਾ, ਠੀਕ ਹੈ, ਜਿਹੜੀ ਕਿ ਤੁਹਾਡੀ ਉੱਪਰ ਵਾਲੀ ਉਂਗਲ ਆ ਜਿਹੜੀ ਕਿ ਇਸ ਟਾਈਮ ਦੇ ਉੱਤੇ ਤੁਹਾਡੀ ਐਫ ਦੇ ਉੱਤੇ ਆ, ਠੀਕ ਆ, ਖੱਬੇ ਹੱਥ ਦੀ, ਉਹਦੇ ਨਾਲ ਹੀ ਦਲੈਂਕੜ ਪਏਗਾ। ਇੱਥੇ ਦਲੈਂਕੜ ਪੈ ਗਿਆ, ਇੱਥੇ ਬਿਹਾਰੀ ਪੈ ਗਈ, ਠੀਕ ਆ। ਇੱਕ ਮਿੰਟ ਮੈਂ ਦੁਬਾਰਾ ਤੁਹਾਨੂੰ ਇੱਕ ਵਾਰੀ ਸਮਝਾ ਦਾਂ। ਇੱਥੇ ਤੁਹਾਡੀ ਆਰ ਦੇ ਨਾਲ ਬਿਹਾਰੀ ਪੈ ਗਈ, ਇੱਥੇ ਤੁਹਾਡਾ ਦਲੈਂਕੜ ਪੈ ਗਿਆ ਟੀ ਨਾਲ, ਠੀਕ ਆ, ਸਿੱਧਾ ਸਮਝੋ। ਈ ਦੇ ਨਾਲ ਤੁਹਾਡਾ ਕੰਨਾ ਪੈ ਗਿਆ, ਡਬਲਿਊ ਦੇ ਨਾਲ ਤੁਹਾਡਾ ਦਲਾਵਾਂ ਪੈ ਗਈਆਂ, ਠੀਕ ਆ। ਸੋ ਘਨੌੜਾ ਕਿਤੋਂ ਪੈ ਗਿਆ, ਘਨੌੜਾ ਤੁਹਾਡਾ ਪੈ ਗਿਆ ਕਿਊ ਤੋਂ, ਠੀਕ ਆ। ਇਹ ਚੀਜ਼ਾਂ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਯਾਦ ਕਰਨਾ। ਇਸੇ ਤਰ੍ਹਾਂ ਰਾਈਟ ਹੈਂਡ ਦੀ ਜਿਹੜੀ ਕਿ ਇੱਧਰ ਵਾਲੀ ਸੱਜੇ ਹੱਥ ਦੀ ਉਂਗਲ ਤੁਹਾਡੀ ਜੇ ਦੇ ਉੱਤੇ ਹੋਏਗੀ ਇਸ ਟਾਈਮ ਥੱਲੇ, ਨਾਲ ਦੀ ਨਾਲ ਕਰਦੇ ਰਹੋ ਕਿਉਂਕਿ ਇਦਾਂ ਦੇਖਣ ਦਾ ਕੋਈ ਫਾਇਦਾ ਨਹੀਂ। ਅਗਰ ਤੁਸੀਂ ਸਿਰਫ ਦੇਖ ਰਹੇ ਹੋ ਕਿ ਬਾਅਦ 'ਚ ਮੈਂ ਕਰ ਲਾਂਗਾ, ਉਹਦਾ ਕੋਈ ਫਾਇਦਾ ਨਹੀਂ। ਫਿਰ ਤੁਸੀਂ ਬੇਸ਼ੱਕ ਵੀਡੀਓ ਛੱਡ ਕੇ ਜਾ ਸਕਦੇ ਹੋ ਕਿਉਂਕਿ ਫਿਰ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਆਊਗੀ। ਇਹ ਤੁਹਾਨੂੰ ਨਾਲ ਪ੍ਰੈਕਟਿਸ ਕਰਨੀ ਪੈਣੀ ਆ। ਜੇ ਦੇ ਉੱਤੇ ਇਸ ਟਾਈਮ ਤੁਹਾਡੀ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲ ਆ ਉਹਨੂੰ ਤੁਸੀਂ ਕੀ ਕਰਨਾ, ਉਹਨੂੰ ਹੀ ਤੁਸੀਂ ਲੈ ਕੇ ਜਾਣਾ ਵਾ ਇਸ ਟਾਈਮ ਵਾਈ ਦੇ ਉੱਤੇ, ਕਿਉਂਕਿ ਵਾਈ ਥੋੜੀ ਜਿਹੀ ਅਗਰ ਆਪਾਂ ਗੱਲ ਕਰੀਏ ਥੋੜੀ ਜਿਹੀ ਉੱਪਰ ਹੋਏਗੀ, ਠੀਕ ਆ। ਸੋ ਵਾਈ ਦੇ ਉੱਤੇ ਲਿਜਾਣ ਲਈ ਤੁਹਾਨੂੰ ਇਸੇ ਉਂਗਲ ਨੂੰ ਵਾਈ ਦੇ ਉੱਤੇ ਲੈ ਜਾਓ, ਇਸੇ ਉਂਗਲ ਨਾਲ ਤੁਸੀਂ ਯੂ ਪਾਉਣਾ ਵਾ, ਠੀਕ ਆ। ਸੋ ਬਟ ਜਿਹੜੇ ਇਹਦੇ ਉੱਪਰ ਆਈ ਆ ਜਿਹੜੀ ਕਿ ਥੋੜੀ ਜਿਹੀ ਇੱਧਰ ਹੋਏਗੀ, ਸੋ ਆਈ ਲਈ ਤੁਸੀਂ ਉਹਦੇ ਨਾਲ ਵਾਲਾ ਯੂਜ਼ ਕਰਨਾ ਵਾ, ਠੀਕ ਆ, ਜਿਹਦੇ ਨਾਲ ਕਿ ਗੱਗਾ ਪੈਣਾ, ਇਹਦੇ ਨਾਲ ਹਾਹਾ ਪੈਣਾ, ਇਹਦੇ ਨਾਲ ਬੱਬਾ ਪੈਣਾ, ਉਹਦੇ ਨਾਲ ਵਾਲੀ ਉਂਗਲ ਦੇ ਨਾਲ ਦੱਦਾ ਪਾਉਣਾ ਤੁਸੀਂ। ਤੇ ਚੀਚੀ ਇੱਥੇ ਤੁਹਾਡੀ ਚੀਚੀ ਹੋ ਗਈ ਸਭ ਤੋਂ ਛੋਟੀ ਉਂਗਲੀ, ਚੀਚੀ ਦੇ ਨਾਲ ਤੁਸੀਂ ਪੀ ਪਾਉਣਾ ਜਿਹਦੇ ਨਾਲ ਕਿ ਜੱਜਾ ਪਏਗਾ। ਉਸ ਤੋਂ ਬਾਅਦ ਤੁਸੀਂ ਬ੍ਰੈਕਟ ਜਿਹੜੀ ਸ਼ੁਰੂ ਹੁੰਦੀ ਆ ਚੀਚੀ ਨੂੰ ਹੀ ਤੁਸੀਂ ਇੱਧਰ ਲੈ ਕੇ ਜਾਣਾ, ਡੱਡਾ ਪਾਉਣਾ, ਤੇ ਡੱਡੇ ਦੇ ਪੈਰ ਦੇ ਵਿੱਚ ਜਿਹੜੀ ਤੁਸੀਂ ਬਿੰਦੀ ਪਾਉਣੀ ਆ, ਸੌਰੀ ਇੱਥੇ ਰਾੜਾ ਟਾਈਪ ਹੋ ਗਿਆ, ਇੱਥੇ ਬਿੰਦੀ ਪੈਣੀ ਆ, ਠੀਕ ਆ। ਸੋ ਜਿਹੜੀ ਤੁਸੀਂ ਬਿੰਦੀ ਪਾਉਣੀ ਆ ਆਹ ਵਾਲੇ ਅੱਖਰ ਦੇ ਨਾਲ, ਇਹ ਤੁਸੀਂ ਕਿਹਦੇ ਨਾਲ ਪਾਉਣੀ ਆ, ਬਿੰਦੀ ਪਏਗੀ ਤੁਹਾਡੀ ਇਹਦੇ ਨਾਲ ਵਾਲੇ ਬਿਲਕੁਲ ਉਹਦੇ ਨਾਲ। ਸੋ ਇਹ ਬਿੰਦੀ ਵੀ ਸਿੱਧੀ ਨਹੀਂ ਪਏਗੀ। ਅਗਰ ਤੁਸੀਂ ਡੱਡੇ ਪੈਰ ਬਿੰਦੀ ਪਾਉਣੀ ਆ ਨਾ, ਪਹਿਲਾਂ ਤੁਹਾਨੂੰ ਡੱਡਾ ਦੱਬਣਾ ਪੈਣਾ, ਉਹਦੇ ਨਾਲ ਫਿਰ ਤੁਸੀਂ ਬਿੰਦੀ ਪਾਓਗੇ, ਨਾਲ ਵਾਲੀ ਬ੍ਰੈਕਟ ਬੰਦ ਲੈ ਕੇ ਜਾਓਗੇ, ਲਾਸਟ ਵਾਲਾ ਜਿਹੜਾ ਬਟਨ ਹੁੰਦਾ ਸੋ ਉਹ ਯੂਜ਼ ਕਰੋਗੇ। ਇਹਦੇ ਨਾਲ ਇੱਕ ਹੋਰ ਸਲੈਸ਼ ਵਾਲਾ ਬਟਨ ਜਾਂ ਬੰਦ ਵਾਲਾ ਹੁੰਦਾ, ਉਹਦਾ ਪੰਜਾਬੀ ਭਾਸ਼ਾ 'ਚ ਯੂਜ਼ ਨਹੀਂ ਹੁੰਦਾ, ਸੋ ਉਹ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਅਜੇ, ਠੀਕ ਆ। ਅਗਰ ਹੋਇਆ ਵੀ ਤਾਂ ਮੈਂ ਤੁਹਾਨੂੰ ਬਾਅਦ 'ਚ ਦੱਸੂਗਾ, ਜੇ ਫਿਲਹਾਲ ਕੋਈ ਨਹੀਂ, ਬਸ ਤੁਸੀਂ ਐਂ ਮੰਨ ਕੇ ਚਲੋ ਇਹਦਾ ਕੋਈ ਯੂਜ਼ ਨਹੀਂਗਾ, ਠੀਕ ਆ ਜੀ। ਸੋ ਫਿਲਹਾਲ ਤੁਹਾਡਾ ਇਹ ਹੋ ਗਿਆ ਹੋਇਆ। ਤੁਸੀਂ ਹੁਣ ਇਹਦੀ ਬਾਰ-ਬਾਰ ਤੁਸੀਂ ਪ੍ਰੈਕਟਿਸ ਕਰਨੀ ਆ, ਇਹਦੇ ਥੱਲੇ ਇਹਨੂੰ ਤੁਸੀਂ ਬਾਅਦ 'ਚ ਦੇਖਣਾ, ਅਜੇ ਫਿਲਹਾਲ ਇਹਨੂੰ ਨਹੀਂ। ਹੁਣ ਤੁਸੀਂ ਕੀ ਕਰ ਰਹੇ ਹੋ, ਤੁਸੀਂ ਬੈਠੇ ਹੋ ਕਰ ਰਹੇ ਹੋ, 2 ਵਾਰੀ ਵੀਡੀਓ ਦੇਖ ਲਓ ਚਾਹੇ। ਇਸ ਟਾਈਮ ਤੁਸੀਂ QWERTYUIOP ਬ੍ਰੈਕਟ ਸਟਾਰਟ ਐਂਡ ਬ੍ਰੈਕਟ ਕਲੋਜ਼, ਇਹਦੀ ਤੁਸੀਂ ਬਾਰ-ਬਾਰ ਅਭਿਆਸ ਕਰਨਾ ਵਾ। ਸੋ ਦਲੈਂਕੜ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਕੱਲਾ ਦਲੈਂਕੜ ਨਹੀਂ ਪੈਣਾ, ਉਹਦੇ ਨਾਲ ਕੋਈ ਵੀ ਅੱਖਰ ਪਾ ਲਓ ਉਹਦੇ ਨਾਲ ਦਲੈਂਕੜ ਪਏਗਾ। ਇੱਥੇ ਕੱਲੀ ਬਿਹਾਰੀ ਨਹੀਂ ਪੈਣੀ, ਕੋਈ ਅੱਖਰ ਦੇ ਨਾਲ ਬਿਹਾਰੀ ਪਊਗੀ। ਗੱਗਾ ਹੋ ਗਿਆ, ਗੱਗੇ ਦੇ ਨਾਲ ਬਿਹਾਰੀ, ਕੋਈ ਵੀ ਅੱਖਰ ਆ ਉਹਦੇ ਨਾਲ ਪਏਗੀ, ਉਹਦੇ ਨਾਲ ਹੀ ਇਸੇ ਤਰ੍ਹਾਂ ਜਿਹੜੇ ਆਪਣੇ ਦਲਾਵਾਂ ਨੇ ਤੇ ਘਨੌੜਾ ਵਾ ਇਸੇ ਤਰ੍ਹਾਂ ਪਏਗਾ। ਸੋ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿੱਦਾਂ ਉਹ ਕਰਨਾ ਇਹਨੂੰ। ਫਿਲਹਾਲ ਤੁਸੀਂ ਇਹਨਾਂ ਨੂੰ ਆਪਦਿਆਂ ਨੂੰ ਥੱਲੇ ਇੱਥੇ ਸੇਮ ਟੂ ਸੇਮ ਟਾਈਪ ਕਰਨਾ ਵਾ, ਜਿਵੇਂ ਮੈਂ ਤੁਹਾਨੂੰ ਹੱਥਾਂ ਦੀ ਪੋਜੀਸ਼ਨ ਦੱਸੀ ਆ ਉੱਦਾਂ। ਹੁਣ ਆਪਾਂ ਇਸ ਤੋਂ ਬਾਅਦ ਤੁਸੀਂ ਕੀ ਕਰਨਾ, ਅਭਿਆਸ ਸ਼ੁਰੂ ਕਰਨਾ। ਸਭ ਤੋਂ ਪਹਿਲਾਂ ਇਹਦੇ ਲਈ ਤੁਸੀਂ ਕਿਹੜਾ ਅੱਖਰ ਯੂਜ਼ ਕਰਨਾ, ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਵਿਚਾਲੇ ਵਾਲੀ ਲਾਈਨ ਵੀ ਯੂਜ਼ ਕਰਾਂਗੇ ਕਿਉਂਕਿ ਵਿਚਾਲੇ ਵਾਲੀ ਲਾਈਨ ਤੁਸੀਂ ਆਲਰੇਡੀ ਸਿੱਖ ਚੁੱਕੇ ਹੋ। ਨਾਲ ਦੀ ਨਾਲ ਆਪਾਂ ਉਹ ਵੀ ਅਭਿਆਸ ਕਰੀ ਜਾਵਾਂਗੇ। ਹੁਣ ਦੇਖੋ ਜੀ, ਯੂ ਤੇ ਓ, ਯੂ ਤੇ ਓ, ਤੁਹਾਨੂੰ ਪਤਾ ਯੂ ਕਿੱਥੇ ਆ, ਕਿਹਦੇ ਨਾਲ ਬਣਾ। ਯੂ ਤੁਹਾਨੂੰ ਸੱਜੇ ਹੱਥ ਦੀ ਜਿਹੜੀ ਰਾਈਟ ਹੈਂਡ ਦੀ ਜਿਹੜੀ ਉਹ ਆ, ਉਹਨੂੰ ਤੁਸੀਂ ਫਿਲਹਾਲ ਯੂ ਦੇ ਉੱਤੇ ਲੈ ਕੇ ਜਿਹੜੀ ਉਂਗਲ ਆ ਬਿਲਕੁਲ ਪਹਿਲੀ ਉਂਗਲ ਆ, ਠੀਕ ਆ, ਅੰਗੂਠੇ ਦੇ ਨਾਲ ਯੂ ਤੁਹਾਡਾ ਉਹਦੇ ਤੋਂ ਪਏਗਾ। ਉਹ ਕਿਤੋਂ ਪਏਗਾ, ਉਹ ਤੁਹਾਡਾ ਪਏਗਾ ਜਿਹੜਾ ਕਿ ਤੁਹਾਡਾ ਐਲ ਦੇ ਉੱਤੇ ਜਿਹੜੀ ਇਸ ਟਾਈਮ ਦੇ ਉੱਤੇ ਉਂਗਲ ਤੁਹਾਡੀ ਪਈ ਆ, ਠੀਕ ਆ, ਜਿਹੜੀ ਕਿ ਚੀਚੀ ਦੇ ਨਾਲ ਵਾਲੀ ਹੁੰਦੀ ਆ, ਉਹਦੇ ਨਾਲ ਉਹ ਪਏਗਾ UO। ਇਹਨੂੰ ਬਾਰ-ਬਾਰ ਟਾਈਪ ਕਰੋ, ਹੱਦ ਪਈ ਜਾਏਗਾ। ਉਹਦੇ ਥੱਲੇ 20 ਤੋਂ 30 ਵਾਰ ਤੁਸੀਂ ਹੱਦ ਟਾਈਪ ਕਰਨਾ ਵਾ, ਉਹਦੇ ਨਾਲ ਤੁਹਾਡਾ ਕੌਨਫੀਡੈਂਸ ਵੀ ਵਧੇਗਾ ਕਿ ਤੁਹਾਡੇ ਇਹ ਅੱਖਰ ਯਾਦ ਵੀ ਹੋ ਜਾਣਗੇ। ਬਸ ਇੰਨਾ ਧਿਆਨ ਰੱਖਣਾ ਵਾ ਕਿਹੜੀ ਉਂਗਲ ਨਾਲ ਕਿਹੜਾ ਪੈਣਾ। ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਯੂ ਪੈਣਾ ਵਾ, ਜਿਹੜੀ ਤੁਹਾਡੀ ਜੇ ਤੇ ਉਂਗਲ ਆ ਇਸ ਟਾਈਮ, ਉਹਦੇ ਨਾਲ ਪੈਣਾ ਅੰਗੂਠੇ ਦੇ ਨਾਲ ਵਾਲੀ, ਜਿਹੜੀ ਤੁਹਾਡੀ ਚੀਚੀ ਦੇ ਨਾਲ ਉਂਗਲ ਆ ਉਹਦੇ ਨਾਲ ਤੁਹਾਡਾ ਉਹ ਪੈਣਾ। ਨੈਕਸਟ
ਹੁਣ ਮੈਂ ਤੁਹਾਨੂੰ ਨਾਲ ਇਸ ਲਈ ਮੈਂ ਪਹਿਲਾਂ ਟਾਈਪ ਕੀਤਾ ਵਾ ਕਿਉਂਕਿ ਤੁਹਾਡਾ ਵੀ ਟਾਈਮ ਬਚੇਗਾ ਤੇ ਥੋੜਾ ਬਹੁਤ ਮੇਰਾ ਵੀ ਟਾਈਮ ਬਚੇਗਾ, ਠੀਕ ਆ। ਸੋ ਜਿੰਨੇ ਕੁ ਸੋਰਸ ਆਪਣੇ ਕੋਲੇ ਹੈਗੇ ਨੇ ਉਹ ਆਪਾਂ ਯੂਜ਼ ਕਰਕੇ ਆਪਾਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਆ। ਸੋ ਇਹ ਮੈਂ ਪਹਿਲਾਂ ਇਸੇ ਲਈ ਕੀਤਾ ਵਾ ਕਿ ਮੇਰਾ ਟਾਈਮ ਵੀ ਬਚੇਗਾ ਤੇ ਤੁਹਾਡਾ ਟਾਈਮ ਵੀ ਇਹਦੇ ਨਾਲ ਸੇਵ ਆ, ਕਿਉਂਕਿ ਮੈਂ ਟਾਈਪ ਕਰਾਂਗਾ ਉਹਦਾ ਕੋਈ ਫਾਇਦਾ ਨਹੀਂ, ਮੈਂ ਤਾਂ ਟਾਈਪ ਕਰ ਹੀ ਲੈਣਾ ਵਾ। ਸੋ ਮੈਂ ਪਹਿਲਾਂ ਕਰਕੇ ਰੱਖ ਲਿਆ ਉਹਦੇ ਨਾਲ। ਤੁਸੀਂ ਟਾਈਪ ਕਰਨਾ, ਤੁਸੀਂ ਸਿੱਖਣੀ ਆ ਟਾਈਪਿੰਗ। ਤੁਸੀਂ ਕਿਸ ਤਰ੍ਹਾਂ ਸਿੱਖਣੀ ਆ? ਇਸੇ ਤਰ੍ਹਾਂ ਸਿੱਖਣੀ ਆ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ। ਹੁਣ ਅਗਲਾ ਅੱਖਰ ਆ ਗਿਆ ਦਾਤਾ ਪਾਉਣਾ। ਆਪਾਂ ਦਾਤਾ ਕਿੱਦਾਂ ਬਣਦਾ ਵਾ? ਸਭ ਤੋਂ ਪਹਿਲਾਂ ਤੁਸੀਂ ਓ ਦਾ ਯੂਜ਼ ਕਰੋਗੇ, ਠੀਕ ਆ। ਉਹ ਤੁਹਾਨੂੰ ਪਤਾ ਵਾ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਓ ਲਈ ਤੁਸੀਂ ਕਿਹੜੀ ਉਂਗਲ ਯੂਜ਼ ਕਰਨੀ ਆ। ਓ ਲਈ ਤੁਸੀਂ ਚੀਚੀ ਦੇ ਨਾਲ ਵਾਲੀ ਉਂਗਲ ਯੂਜ਼ ਕਰੋ। ਈ ਕਿਤੋਂ ਪੈਣਾ? ਮੈਂ ਤੁਹਾਡਾ ਈ ਦੇਖ ਕੇ ਪਾਉਣੇ ਨੇ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਇਸ ਟਾਈਮ ਦੇਖ ਕੇ ਅੱਖਰ ਪਾ ਸਕਦੇ ਹੋ। ਐਫ ਦੇ ਨਾਲ ਤੁਸੀਂ ਈ ਪਾਉਣਾ ਵਾ, ਠੀਕ ਆ। ਐਫ ਦੇ ਨਾਲ ਵਾਲੀ ਉਂਗਲ ਦਾ, ਜਿਹੜੀ ਉਂਗਲ ਨਾਲ ਤੁਸੀਂ ਐਫ ਇਸ ਟਾਈਮ ਦੇ ਉੱਤੇ, ਐਫ ਦੇ ਨਾਲ ਡੀ ਹੈ, ਠੀਕ ਆ। ਡੀ ਦੇ ਉੱਪਰ ਵਾਲੀ ਉਂਗਲ ਹੀ ਤੁਸੀਂ ਲੈ ਕੇ ਈ ਪਾ ਦੇਣਾ ਵਾ। ਐਲ ਕੀ ਤੋਂ ਪੈਣਾ? ਐਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਐਲ ਦੇ ਉੱਤੇ ਤੁਹਾਡੀ ਚੀਚੀ ਦੇ ਨਾਲ ਵਾਲੀ ਉਂਗਲ ਹੋਏਗੀ, ਉਹਦੇ ਨਾਲ ਪੈਣਾ। ਈ ਕੀ ਤੋਂ ਪੈਣਾ? ਈ ਤੁਹਾਡਾ ਪਏਗਾ ਜਿਹੜੀ ਕਿ ਤੁਹਾਡੀ ਡੀ ਦੇ ਨਾਲ, ਮੈਂ ਪਹਿਲਾਂ ਹੀ ਦੱਸ ਚੁੱਕਿਆ, ਉਹ ਉਂਗਲ ਆ। ਸੋ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਔਖਾ ਲੱਗੂਗਾ, ਮੈਂ ਤਾਂ ਕਰਕੇ ਕੱਲਾ ਅੱਖਰ ਦੱਸ ਰਿਹਾ। ਪਹਿਲਾਂ ਤੁਹਾਨੂੰ ਥੋੜਾ ਜਿਹਾ ਸ਼ਾਇਦ ਔਖਾ ਹੋਵੇ, ਪਰ ਜੇ ਤੁਹਾਡੇ ਸਾਹਮਣੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਲਿਖਿਆ ਹੋਇਆ ਵਾ ਜਾਂ ਸਾਹਮਣੇ ਤੁਹਾਨੂੰ ਦਿਖ ਰਿਹਾ, ਦੇਖ ਕੇ ਪਾ ਲਓ। ਪਰ ਉਂਗਲਾਂ ਦਾ ਯੂਜ਼ ਤੁਹਾਡਾ ਉਹਦੇ ਤੇ ਹੀ ਟਿਕਣਾ ਚਾਹੀਦਾ, ਉਹਦੇ ਨੇੜ ਵਾਲੀ ਉਂਗਲ ਦੇ ਨਾਲ ਹੀ ਉਹ ਚੀਜ਼ ਪਾਉਣੀ ਆ, ਠੀਕ ਆ। ਸੋ ਤਾਂ ਹੀ ਤੁਹਾਨੂੰ ਆਊਗਾ, ਠੀਕ ਆ ਜੀ। ਓ ਈ ਐਲ ਈ ਪਾਤਾ ਤਾਂ ਦਾਤਾ ਤੁਸੀਂ ਥੱਲੇ ਟਾਈਪ ਕਰੀ ਜਾਣਾ, ਦਾਤਾ ਬਣੀ ਜਾਣਾ। ਓ ਦੇ ਨਾਲ ਦੱਦਾ ਪਿਆ, ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਓ ਨਾਲ ਦੱਦਾ ਪਿਆ, ਈ ਨਾਲ ਆਪਣਾ ਕੰਨਾ ਪਿਆ ਵਾ, ਐਲ ਦੇ ਨਾਲ ਆਪਣਾ ਤੱਤਾ ਪਿਆ, ਈ ਦੇ ਨਾਲ ਫੇਰ ਆਪਣਾ ਕੰਨਾ ਪੈ ਗਿਆ, ਠੀਕ ਆ। ਦਾਤਾ ਇਹਨੂੰ ਬਾਰ-ਬਾਰ 20 ਤੋਂ 30 ਵਾਰ ਲਿਖੋ, ਠੀਕ ਆ। ਵੀਡੀਓ ਨੂੰ ਪਾਊਜ਼ ਕਰ ਲਓ, ਆਪਦਾ ਲਿਖਣਾ ਚਾਹੇ ਪਹਿਲਾਂ ਤੁਸੀਂ ਇੱਕ ਵਾਰੀ ਜੇ ਵੀਡੀਓ ਦੇਖਣੀ ਆ ਨਾ, ਤੁਸੀਂ ਇਹ ਵੀ ਕਰ ਸਕਦੇ ਹੋ। ਇੱਕ ਚੀਜ਼ ਹੋਰ ਕਰ ਸਕਦੇ ਹੋ, ਤੁਸੀਂ ਨਾ ਇੱਕ ਲਾਈਨ ਟਾਈਪ ਕਰ ਲਓ ਅਜੇ ਫਿਲਹਾਲ, ਜਿਵੇਂ ਮੈਂ ਕਰਵਾ ਰਿਹਾ ਵਾਂ। ਦਾਤਾ ਲਿਖਿਆ ਹੋਇਆ ਨਾ, ਇਹਦੇ ਥੱਲੇ ਇੱਕ ਵਾਰੀ ਦਾਤਾ ਟਾਈਪ ਕਰ ਲਓ। ਉੱਪਰ ਤਾਂ ਤੁਹਾਨੂੰ ਲਿਖਿਆ ਦਿਖ ਹੀ ਰਿਹਾ, ਓਲੇ, ਠੀਕ ਆ ਜੀ। ਓ ਈ ਐਲ ਈ ਤੁਹਾਡਾ ਲਿਖਿਆ ਦਿਖ ਰਿਹਾ ਨਾ ਤੁਹਾਨੂੰ। ਸੋ ਇਹਦੇ ਨਾਲ ਤੁਸੀਂ ਬਾਅਦ ਚੋਂ ਥੱਲੇ ਤੁਹਾਡਾ ਜਲਦੀ ਹੋ ਜਾਏਗਾ। ਫਿਰ ਹਾਂ ਇਦਾਂ ਕਰ ਲਓ ਤੁਸੀਂ, ਇਹਦੇ ਨਾਲ ਤੁਹਾਡਾ ਵੀ ਟਾਈਮ ਬਚੇਗਾ, ਠੀਕ ਆ। ਸੋ ਪਹਿਲਾਂ ਇੱਕ ਲਾਈਨ ਟਾਈਪ ਕਰੋ, ਜਿਵੇਂ ਮੈਂ ਆਹ ਕੀਤੀ ਹੋਈ ਆ ਟਾਈਪ, ਠੀਕ ਆ। ਇਹਦੇ ਨਾਲ ਇੱਕ ਲਾਈਨ ਪਹਿਲਾਂ ਉੱਪਰ ਲਿਖ ਲਓ, ਓਲੇ, ਠੀਕ ਆ। ਦਾਤਾ ਉਹਦੇ ਨਾਲ ਇੱਕ ਵਾਰੀ ਥੱਲੇ ਜ਼ਰੂਰ ਲਿਖੋ, ਕਿਉਂਕਿ ਤਾਂ ਹੀ ਤੁਹਾਨੂੰ ਯਾਦ ਰਹੇਗਾ। ਫਿਰ ਉਸ ਤੋਂ ਬਾਅਦ ਮੇਰੀ ਵੀਡੀਓ ਜਦੋਂ ਤੁਸੀਂ ਦੇਖ ਲਈ ਇੱਕ ਵਾਰੀ, ਸਾਰੀ ਵੀਡੀਓ ਖਤਮ ਹੋ ਗਈ ਜਿੰਨੇ ਵੀ ਮਿੰਟ ਦੀ ਹੋਈ, ਉਸ ਤੋਂ ਬਾਅਦ ਤੁਸੀਂ ਆਪਦਾ ਕੰਪਿਊਟਰ ਖੋਲਣਾ। ਦੋਨੇ ਜਿਹੜੇ ਤੁਹਾਡੀਆਂ ਐਕਸਰਸਾਈਜ਼ਾਂ ਮੈਂ ਕਰਵਾਈਆਂ ਹੋਈਆਂ ਨੇ ਉਹਦੇ ਉੱਤੋਂ ਨਾਲ ਦੇਖ ਕੇ ਤੁਸੀਂ ਅਭਿਆਸ ਕਰੀ ਜਾਣਾ। ਤੁਹਾਡਾ ਆਰਾਮ ਦੇ ਨਾਲ, ਮੈਂ ਕਹਿੰਦਾ ਜੇ ਤੁਸੀਂ ਪੂਰੇ ਵਧੀਆ ਤਰੀਕੇ ਦੇ ਨਾਲ ਸਿੱਖਣ ਤੇ ਆ ਗਏ, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ, ਜਿਹੜਾ ਤੁਹਾਡਾ ਬੇਸਿਕ ਕਿਹੜੇ ਅੱਖਰ ਤੋਂ ਕਿਹੜਾ ਅੱਖਰ ਪੈਂਦਾ ਵਾ, ਤੁਸੀਂ 7 ਤੋਂ 8 ਦਿਨ ਦੇ ਵਿੱਚ ਸਾਰਾ ਸਿੱਖ ਜਾਓਗੇ। ਤੇ ਹੌਲੀ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਕਿੱਦਾਂ ਤੁਸੀਂ ਉਹਨੂੰ ਟਿਪਸ ਤੇ ਲੈ ਕੇ ਆਉਣਾ। ਅਜੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਕੰਪਿਊਟਰ ਲਈ ਜ਼ਿਆਦਾ ਇਦਾਂ ਨਹੀਂ ਸੋਚਣਾ ਕਿ ਮੈਂ ਬਿਨਾਂ ਦੇਖੇ ਪਾਉਣੇ ਆ। ਜੇਕਰ ਪੈਂਦੇ ਨੇ ਤਾਂ ਪਾਓ, ਬਟ ਜੇ ਨਹੀਂ ਪੈਂਦੇ ਕਿ ਤੁਸੀਂ ਦੇਖ ਕੇ ਪਾਉਣਾ ਅੱਖਰ, ਕਿ ਐਫ ਨਾਲ ਇਹ ਪੈਂਦਾ, ਜੀ ਨਾਲ ਇਹ ਪੈਂਦਾ, ਓ ਨਾਲ ਇਹ ਪੈਂਦਾ, ਤੇ ਕਿਹੜੀ ਉਂਗਲ ਦੇ ਨਾਲ ਪੈਂਦਾ, ਇਹ ਧਿਆਨ ਰੱਖਣਾ ਫਿਲਹਾਲ, ਠੀਕ ਆ। ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਜੀ ਬਗਦਾਦ ਕੀ ਤੋਂ ਪੈਂਦਾ? ਬਗਦਾਦ ਲਈ ਤੁਹਾਨੂੰ ਬੀ ਲਈ ਤੁਹਾਨੂੰ ਵਾਈ ਦਾ ਯੂਜ਼ ਕਰਨਾ ਵਾ। ਆਈ ਤੁਹਾਡਾ ਪਏਗਾ ਗੱਗੇ ਤੋਂ, ਗੱਗਾ ਪਏਗਾ ਤੁਹਾਡਾ ਆਈ ਤੋਂ। ਦੱਦਾ ਕੀ ਤੋਂ ਪਏਗਾ? ਓ ਤੋਂ। ਕੰਨਾ ਕੀ ਤੋਂ ਪਏਗਾ? ਈ ਤੋਂ। ਓ ਤੋਂ ਫਿਰ ਤੁਹਾਡਾ ਦੱਦਾ। ਇਹ ਮੈਂ ਤੁਹਾਨੂੰ ਹੁਣ ਬਹੁਤ ਚੰਗੀ ਤਰ੍ਹਾਂ ਦੱਸ ਚੁੱਕਿਆ ਮੈਂ ਕਿ ਗੱਗਾ ਕੀ ਤੋਂ ਪੈਣਾ, ਕਿ ਉਹਦੇ ਲਈ ਤੁਸੀਂ ਕਿਹੜੀ ਉਂਗਲ ਉੱਪਰ ਲੈ ਕੇ ਜਾਣੀ ਆ। ਸੋ ਅਗਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਬੇਸ਼ੱਕ ਤੁਸੀਂ ਇੱਕ ਜਗ੍ਹਾ, ਜਿਹੜਾ ਤੁਹਾਨੂੰ ਮੈਂ ਕੀਬੋਰਡ ਦਾ ਦਿੱਤਾ ਹੋਇਆ ਵਾ ਨਾ, ਕਿ ਤੁਸੀਂ ਕੀਬੋਰਡ ਦਾ ਜਿਹੜਾ ਨਮੂਨਾ ਦਿੱਤਾ ਹੋਇਆ ਵਾ ਇੱਕ, ਠੀਕ ਆ, ਵੀ ਕੀਬੋਰਡ ਦਾ ਕਿਹੜੀ ਅੱਖਰ ਦਾ ਕਿਹੜਾ ਪੈਂਦਾ, ਉਹਨੂੰ ਤੁਸੀਂ ਮੂਹਰੇ ਰੱਖ ਲਓ। ਜੇ ਜ਼ਿਆਦਾ ਤੁਹਾਨੂੰ ਦਿੱਕਤ ਆ ਰਹੀ ਆ, ਐਫ ਤੇ ਜੇ ਤੇ ਤੁਹਾਡੀਆਂ ਉਂਗਲਾਂ ਹੈਗੀਆਂ ਨੇ, ਉਹਦੇ ਉੱਪਰ ਲਿਖ ਲਓ ਕਿ ਇਹਦੇ ਨਾਲ ਮੈਂ ਕਿਹੜੀ ਉਂਗਲ ਦਾ ਯੂਜ਼ ਕਰ ਰਿਹਾ ਮੈਂ, ਠੀਕ ਆ। ਉਹਦੇ ਨਾਲ ਤੁਹਾਨੂੰ ਹੋਰ ਈਜ਼ੀ ਹੋ ਜਾਏਗਾ, ਠੀਕ ਆ। ਸੋ ਬਗਦਾਦ ਇਹਨੂੰ ਤੁਸੀਂ ਬਾਰ-ਬਾਰ ਪਾਉਣਾ ਵਾ, ਬਾਰ-ਬਾਰ ਇਹਨੂੰ 2 ਵਾਰੀ ਪਾ ਕੇ ਇਸ ਤੋਂ ਬਾਅਦ ਆਪਾਂ ਅਗਲੀ ਐਕਸਰਸਾਈਜ਼ ਦੇ ਉੱਤੇ ਵੱਧ ਜਾਣਾ। ਹੁਣ ਤੁਸੀਂ ਪਾਊਜ਼ ਕਰਕੇ, ਮੈਂ ਇਸ ਟਾਈਮ ਅਗਰ ਤੇਜ਼ ਕਰ ਰਿਹਾ, ਇਹਦਾ ਮਤਲਬ ਇਦਾਂ ਨਹੀਂ ਕਿ ਤੁਸੀਂ ਵੀ ਤੇਜ਼ ਕਰਨਾ। ਤੁਸੀਂ ਕੀ ਕਰਨਾ ਵਾ, ਤੁਸੀਂ ਆਪਦਾ ਠਰਮੇ ਦੇ ਨਾਲ, ਆਰਾਮ ਦੇ ਨਾਲ ਇੱਕ ਵਾਰੀ ਦੇਖ ਲਿਆ। ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਅਗਲੀ ਐਕਸਰਸਾਈਜ਼ ਤੇ ਚੜਿਆ ਜਾਂਦਾ ਵਾ, ਮੰਨ ਲਓ ਅਗਲੀ ਐਕਸਰਸਾਈਜ਼ ਤੇ ਮੈਂ ਚਲੇ ਗਿਆ, ਵੀਡੀਓ ਨੂੰ ਉੱਥੇ ਹੀ ਪਾਊਜ਼ ਕਰੋ, ਵਾਪਸ ਤੁਸੀਂ ਉੱਪਰ ਵਾਲੀ ਲਾਈਨ ਦੇ ਉੱਤੇ ਆਪਦੀ ਉੱਤੇ ਆ ਕੇ ਉਹਨੂੰ ਤੁਸੀਂ ਟਾਈਪ ਕਰਨੀ ਆ, ਪੂਰੀ 2-2 ਲਾਈਨਾਂ ਦੀ ਟਾਈਪ ਕਰਨੀ ਆ। ਹਾਜ਼ਰ ਕੀ ਤੋਂ ਪੈਣਾ ਜੀ? ਯੂ, ਤੁਹਾਨੂੰ ਮੈਂ ਦੱਸਿਆ ਹੋਗਾ ਯੂ ਤੋਂ ਹਾਹਾ ਪੈਣਾ ਵਾ। ਈ ਤੋਂ ਕੀ ਪੈਣਾ? ਈ ਤੋਂ ਤੁਹਾਡਾ ਕੰਨਾ ਪੈ ਰਿਹਾ ਵਾ। ਤੇ ਜੱਜਾ ਕੀ ਤੋਂ ਪੈ ਰਿਹਾ? ਪੀ ਤੋਂ। ਜੇ ਤੋਂ ਤੁਹਾਡਾ ਕੀ ਪੈ ਰਿਹਾ? ਰਾਰਾ, ਠੀਕ ਆ। ਸਾਫ਼ ਸੋ ਇਹਦੇ ਨਾਲ ਆਪਾਂ ਥੱਲੇ ਵਾਲੀ ਉਂਗਲ ਵੀ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਆ, ਜਿਹੜੀ ਵਿਚਾਲੇ ਵਾਲੀ ਲਾਈਨ ਆਪਾਂ ਸਿੱਖੀ ਸੀ ਨਾਲ ਤੁਹਾਡੇ, ਫਿਰ ਉਹਦੀ ਵੀ ਪ੍ਰੈਕਟਿਸ ਤੁਹਾਡੀ ਨਾਲ ਦੀ ਨਾਲ ਹੋਈ ਜਾਏਗੀ, ਠੀਕ ਆ। ਹਾਜ਼ਰ ਹੋ ਗਿਆ ਤੁਹਾਡਾ। ਨੈਕਸਟ ਹੁਣ ਤੁਸੀਂ ਬਾਰ-ਬਾਰ ਇਹਨੂੰ ਟਾਈਪ ਕਰਨਾ ਵਾ, ਇਹਦੇ ਥੱਲੇ ਬਾਰ-ਬਾਰ ਲਿਖੀ ਚੱਲੋ। ਉਸ ਤੋਂ ਬਾਅਦ ਤੁਸੀਂ ਕੀ ਕਰਨਾ? ਜਾਗਰ ਟਾਈਪ ਕਰਨਾ। ਜਾਗਰ ਕਿੱਦਾਂ ਟਾਈਪ ਹੋਣਾ? ਪੀ, ਠੀਕ ਆ। ਪੀ ਦਾ ਯੂਜ਼ ਕਰਨਾ, ਈ ਦਾ ਯੂਜ਼ ਕਰਨਾ, ਆਈ ਦਾ ਯੂਜ਼ ਕਰਨਾ, ਜੇ ਦਾ ਯੂਜ਼ ਕਰਨਾ। ਪੀ ਤੋਂ ਤੁਹਾਡਾ ਕੀ ਪਏਗਾ? ਜੱਜਾ। ਈ ਤੋਂ ਤੁਹਾਡਾ ਕੀ ਪਏਗਾ? ਕੰਨਾ। ਗੱਗਾ ਕੀ ਤੋਂ ਪਏਗਾ? ਆਈ ਤੋਂ। ਰਾਰਾ ਕੀ ਤੋਂ ਪਏਗਾ? ਆਪਣਾ ਜੇ ਤੋਂ। ਸੋ ਦੁਬਾਰਾ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਇੱਕ ਵਾਰੀ ਕਿ ਕਿਹੜੀ ਅੱਖਰ ਤੋਂ ਕਿਹੜਾ ਪੈ ਰਿਹਾ। ਵੈਸੇ ਤੁਹਾਨੂੰ ਹੁਣ ਪਤਾ ਲੱਗਣਾ ਚਾਹੀਦਾ ਵਾ ਇਹਦਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਸਾਫ਼-ਸਾਫ਼ ਦੱਸਤਾ ਕਿ ਉਹਦੇ ਨੇੜ ਵਾਲੀ ਉਂਗਲ ਲੈ ਕੇ ਜਾਣੀ ਆ। ਹੁਣ ਦੇਖੋ ਜੀ, ਪੀ ਕੀ ਤੋਂ ਪੈਣਾ? ਪੀ ਮੈਂ ਤੁਹਾਨੂੰ ਕਿਹਾ ਸੀ ਕਿ ਚੀਚੀ ਤੋਂ ਪੈਣਾ। ਖੱਬੇ ਹੱਥ ਦੀ ਜਿਹੜੀ ਚੀਚੀ ਆ ਉਹ ਤੋਂ ਤੁਸੀਂ ਪੀ ਪਾਇਆ, ਜਿਹਦੇ ਨਾਲ ਕਿ ਤੁਹਾਡਾ ਜੱਜਾ ਪੈ ਗਿਆ।
ਈ ਕੀ ਤੋਂ ਪਾਇਆ, ਈ ਜਿਹੜੀ ਤੁਹਾਡੀ ਡੀ ਦੇ ਉੱਤੇ ਇਸ ਟਾਈਮ ਦੇ ਉੱਤੇ ਉਂਗਲ ਆ, ਠੀਕ ਆ, ਡੀ ਦੇ ਉੱਤੇ ਤੁਹਾਡੇ ਐਫ ਦੇ ਨਾਲ ਵਾਲੀ ਜਿਹੜੀ ਉਂਗਲ ਆ, ਉਹ ਤੁਸੀਂ ਡੀ ਵਾਲੀ ਨੂੰ ਤੁਸੀਂ ਈ ਦੇ ਉੱਤੇ ਲੈ ਕੇ ਗਏ ਤਾਂ ਤੁਹਾਡਾ ਕੰਨਾ ਪੈ ਗਿਆ। ਗੱਗਾ ਕੀ ਤੋਂ ਪਿਆ, ਗੱਗੇ ਲਈ ਤੁਹਾਨੂੰ ਕੇ ਦੇ ਉੱਤੇ ਜਿਹੜੀ ਉਂਗਲ ਆ ਤੁਹਾਡੀ ਇਸ ਟਾਈਮ ਕੇ ਦੇ ਉੱਤੇ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜੇ ਤੇ ਐਫ ਦੇ ਉੱਤੇ ਖੱਬੇ ਤੇ ਸੱਜੇ ਹੱਥ ਦੀ ਉਂਗਲਾਂ ਰੱਖਣੀਆਂ ਨੇ, ਸੋ ਉਹੀ ਤੁਸੀਂ ਕੇ ਵਾਲੀ ਉਂਗਲ ਨੂੰ ਆਈ ਦੇ ਉੱਤੇ ਲੈ ਜਾਓ ਤਾਂ ਤੁਹਾਡਾ ਕੀ ਪੈ ਜਾਊਗਾ, ਤੁਹਾਡਾ ਕੀ ਪੈ ਜਾਏਗਾ, ਆਈ ਦੇ ਉੱਤੇ ਗੱਗਾ ਪੈ ਜਾਏਗਾ। ਰਾਰਾ ਕੀ ਤੋਂ ਪੈਣਾ, ਜੇ ਤੋਂ ਪੈਣਾ, ਠੀਕ ਆ, ਜੇ ਕੀ ਤੋਂ ਪੈਣਾ, ਜੇ ਦੇ ਉੱਤੇ ਜਿਹੜੀ ਆਪਣੀ ਉਂਗਲ ਰੱਖੀ ਹੋਈ ਆ ਉਸੇ ਸੇਮ ਉਹ ਤੋਂ ਹੀ, ਠੀਕ ਆ, ਰਾਰਾ। ਹੁਣ ਥੱਲੇ ਵਾਲੀ ਵੀ ਯੂਜ਼ ਹੋ ਗਈ ਆਪਣੀ, ਠੀਕ ਹੈ ਜੀ। ਇਹਨੂੰ ਬਾਰ-ਬਾਰ ਟਾਈਪ ਕਰਨਾ, ਤੁਸੀਂ ਥੱਲੇ ਅਭਿਆਸ ਕਰੋਗੇ ਤਾਂ ਹੀ ਤੁਹਾਡੇ ਤੋਂ ਇਹ ਹੋਣਾ। ਵੀਡੀਓ ਨੂੰ ਮੈਂ ਬਾਰ-ਬਾਰ ਕਹਿ ਰਿਹਾ, ਜੇ ਮੈਂ ਸਪੀਡ ਦੇ ਨਾਲ ਕਰ ਰਿਹਾ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਵੀ ਅੱਗੇ ਨਾਲ ਦੀ ਨਾਲ ਵਧੀ ਜਾਣਾ। ਵੀਡੀਓ ਨੂੰ ਪਾਊਸ ਦੀ ਆਪਸ਼ਨ ਹੁੰਦੀ ਆ, ਵੀਡੀਓ ਨੂੰ ਨਾਲ ਦੀ ਨਾਲ ਪਾਊਸ ਕਰਕੇ ਆਪਦਾ ਪੂਰਾ 2 ਲਾਈਨਾਂ ਟਾਈਪ ਕਰੋ, ਉਸ ਤੋਂ ਬਾਅਦ ਅਗਲੀ ਤੇ ਵਧੋ। ਨੈਕਸਟ ਆ ਗਿਆ। ਹੁਣ ਜੀ ਇਹ ਥੋੜਾ ਤੁਹਾਨੂੰ ਪਰੇਸ਼ਾਨ ਕਰੂਗਾ, ਠੀਕ ਆ, ਜਦੋਂ ਆਪਾਂ ਕਿਸੇ ਵੀ ਅੱਖਰ ਦੇ ਪੈਰ ਦੇ ਵਿੱਚ ਨਾ ਬਿੰਦੀ ਪਾਉਣੀ ਹੁੰਦੀ ਆ। ਮੰਨ ਲਓ ਕਈ ਅੱਖਰ ਇਦਾਂ ਦੇ ਹੁੰਦੇ ਨੇ ਜਿਹਦੇ ਨਾਲ ਕਿ ਜਿੱਦਾਂ ਕਿ ਬਿੰਦੀ ਪਏਗੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ। ਜੇ ਫਿਲਹਾਲ ਮੈਂ ਤੁਹਾਨੂੰ ਜੱਜਾ ਦੱਸੂਗਾ ਕਿਉਂਕਿ ਫੇਰ ਤੁਸੀਂ ਕਨਫਿਊਜ਼ ਹੋਵੋਗੇ। ਸੋ ਇਹਦੇ ਲਈ ਤੁਸੀਂ ਇੱਕ ਨਾ ਰਾਈਟ ਦੇ ਉੱਤੇ ਤੁਹਾਡੇ ਕੋਲੇ ਜਿਹੜਾ ਸ਼ਿਫਟ ਅੱਖਰ ਹੁੰਦਾ, ਸ਼ਿਫਟ ਕੀ ਜਾਂਦਾ ਆਪਣਾ ਸਪੇਸ ਬਾਰ ਹੁੰਦਾ, ਸਪੇਸ ਬਾਰ ਦੇ ਨਾਲ ਦੇਖੋ ਤੁਸੀਂ ਰਾਈਟ ਸਾਈਡ ਦੇ ਉੱਤੇ ਕਿ ਆਲਟ ਜੀ ਆਰ ਲਿਖਿਆ ਹੁੰਦਾ, ਠੀਕ ਆ, ਆਲਟ ਤੇ ਜੀ ਆਰ ਲਿਖਿਆ ਹੋਇਆ, ਉਹਦੇ ਨਾਲ ਤੁਸੀਂ ਪਾਉਣਾ ਵਾ, ਠੀਕ ਆ। ਉਹਦੇ ਉੱਤੇ ਤੁਸੀਂ ਰੱਖਣਾ ਅੰਗੂਠਾ। ਇੱਕ ਵਾਰੀ ਤੁਸੀਂ ਸੱਜਾ ਹੱਥ ਚੱਕ ਲੈਣਾ, ਉਹਦੇ ਉੱਤੇ ਅੰਗੂਠਾ ਰੱਖ ਕੇ, ਠੀਕ ਆ, ਸੱਜਾ ਹੱਥ ਜਾ ਕੇ ਉੱਤੇ ਅੰਗੂਠਾ ਰੱਖ ਕੇ ਜਿਹੜੀ ਚੀਚੀ ਆ ਤੁਹਾਡੀ, ਚੀਚੀ ਤਾਂ ਤੁਹਾਡੀ ਆਲਰੇਡੀ ਪੀ ਤਾਂ ਤੁਸੀਂ ਚੀਚੀ ਨਾਲ ਹੀ ਪਾਉਣੀ ਸੀ ਨਾ, ਆਲਟ ਦੱਬ ਕੇ ਚਾਹੇ ਤਾਂ ਤੁਸੀਂ ਚੀਚੀ ਨਾਲ ਪਾ ਲਓ, ਜੇ ਤੁਹਾਨੂੰ ਜਿੱਦਾਂ ਵੀ ਕੰਫਰਟੇਬਲ ਆ। ਜੇਕਰ ਤੁਹਾਨੂੰ ਕਿਸੇ ਹੋਰ, ਕਿਉਂਕਿ ਇੱਕ ਵਾਰੀ ਤਾਂ ਤੁਹਾਡੇ ਹੱਥ ਹਿੱਲਣੇ ਆ ਇੱਥੇ ਜੱਜੇ ਪੈਰ ਬਿੰਦੀ। ਸੋ ਅਗਰ ਤੁਹਾਡੇ ਆਲਟ ਦੇ ਨਾਲ, ਆਲਟ ਜੀ ਆਰ ਦੇ ਨਾਲ ਤੁਸੀਂ ਉੱਪਰ ਵਾਲੀ ਉਂਗਲ ਦਾ ਵੀ ਯੂਜ਼ ਕਰਨਾ ਤਾਂ ਉੱਪਰ ਵਾਲੀ ਵੀ ਕਰ ਸਕਦੇ ਹੋ। ਮਤਲਬ ਅੰਗੂਠੇ ਦੇ ਨਾਲ ਤੁਸੀਂ ਆਲਟ ਦੱਬਿਆ ਤੇ ਅੰਗੂਠੇ ਦੇ ਨਾਲ ਵਾਲੀ ਉਂਗਲ ਹੈਗੀ ਆ ਪੀ, ਠੀਕ ਆ, ਜਿਹੜੀ ਨਾਲ ਵਾਲੀ ਉਂਗਲ ਆ ਉਹਨੂੰ ਤੁਸੀਂ ਪੀ ਦੱਬੋ। ਇਹਨਾਂ ਦੋਨਾਂ ਨੂੰ ਜਦੋਂ ਤੁਸੀਂ ਦੱਬੋਗੇ ਤਾਂ ਤੁਹਾਡੀ ਜੱਜੇ ਪੈਰ ਬਿੰਦੀ ਪੈ ਜਾਏਗੀ। ਜਿਹੜੇ ਵੀ ਮਤਲਬ ਤੁਹਾਡੇ ਹੱਥ ਦੀ ਉਂਗਲ ਦੇ ਨਾਲ ਤੁਸੀਂ ਪਾਉਣਾ ਚਾਹੋ ਤੁਸੀਂ ਪਾ ਸਕਦੇ ਹੋ। ਬਸ ਅੰਗੂਠਾ ਤੁਸੀਂ ਕਿੱਥੇ ਰੱਖਣਾ, ਆਲਟ ਜੀ ਆਰ ਦਾ, ਕਿਉਂਕਿ ਇੱਕ ਵਾਰ ਤਾਂ ਤੁਹਾਡੀ ਹੱਥਾਂ ਦੀ ਪੋਜੀਸ਼ਨ 1 ਸੈਕਿੰਡ ਲਈ ਜਾਏਗੀ। ਸੋ ਜਦੋਂ ਤੁਸੀਂ ਅਭਿਆਸ ਕਰੋਗੇ ਤੁਹਾਨੂੰ ਇਹ ਵੀ ਨਾਰਮਲ ਲੱਗਣ ਲੱਗ ਜਾਊਗਾ, ਕੋਈ ਵੱਡੀ ਗੱਲ ਨਹੀਂ, ਠੀਕ ਹੈ ਜੀ। ਹੁਣ ਜੋਕਰ ਪਾਉਣਾ ਵਾ ਆਲਟ ਜੀ ਆਰ ਪਲੱਸ ਰਾਈਟ ਸਾਈਡ ਦਾ ਆਲਟ ਜੀ ਤੁਸੀਂ ਦੱਬਿਆ, ਆਲਟ ਪਲੱਸ ਪੀ ਦੱਬਿਆ, ਠੀਕ ਆ, ਪੀ ਜਿਹੜੀ ਪਹਿਲੀ ਲਾਈਨ ਦੇ ਵਿੱਚ ਉੱਪਰ ਆ ਉਹ ਦੱਬਿਆ ਤਾਂ ਤੁਹਾਡਾ ਜੱਜੇ ਪੈਰ ਬਿੰਦੀ ਪੈ ਗਈ। ਹੋੜਾ ਕੀ ਤੋਂ ਪਿਆ ਵਾ ਤੁਹਾਡਾ, ਹੋੜਾ ਪਿਆ ਵਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹੋੜਾ ਤੁਹਾਡਾ ਪਊਗਾ ਕਿਉਂ ਤੋਂ, ਠੀਕ ਆ, ਜਿਹੜੀ ਕਿ ਤੁਸੀਂ ਚੀਚੀ ਨਾਲ ਯੂਜ਼ ਕਰ ਰਹੇ ਹੋ ਆਪਦੀ ਚੀਚੀ, ਠੀਕ ਆ। ਚੀਚੀ ਨੂੰ ਤੁਸੀਂ ਏ ਦੇ ਉੱਤੇ ਆ ਇਸ ਟਾਈਮ ਤੁਹਾਡੀ ਚੀਚੀ, ਉਹਨੂੰ ਤੁਸੀਂ ਕਿਉਂ ਦੇ ਉੱਤੇ ਲੈ ਗਏ, ਉਹਦੇ ਨਾਲ ਹੋੜਾ ਪੈ ਗਿਆ। ਉਸ ਤੋਂ ਬਾਅਦ ਤੁਹਾਡਾ ਪਾਇਆ ਕੇ ਕੀ ਤੋਂ ਪਿਆ ਤੁਹਾਡਾ, ਦੇਖੋ ਕੇ ਕਿਹਦੇ ਨਾਲ ਪੈ ਰਿਹਾ ਵਾ, ਠੀਕ ਹੈ ਜੀ। ਕੇ ਤੁਹਾਡਾ ਕੇ ਦੇ ਉੱਤੇ ਹੀ ਉਂਗਲ ਆ ਇਸ ਟਾਈਮ ਥੱਲੇ, ਉਹਦੇ ਤੇ ਤੁਹਾਡਾ ਕੇ ਤੋਂ ਕੱਕਾ ਪੈ ਗਿਆ। ਰਾਰਾ ਕੀ ਤੋਂ ਪਿਆ, ਜੇ ਤੋਂ ਜਿਹਦੇ ਉੱਤੇ ਉਂਗਲ ਆ। ਸੋ ਬਾਰ-ਬਾਰ ਤੁਸੀਂ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਡੀ ਜਿਹੜੀ ਉਂਗਲਾਂ ਦੀ ਪੋਜੀਸ਼ਨ ਆ, ਖੱਬੇ ਹੱਥ ਦੀ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲ ਪੀ ਤੇ ਜਿਹੜੀ ਸੱਜੇ ਹੱਥ ਦੀ ਅੰਗੂਠੇ ਦੇ ਨਾਲ ਵਾਲੀ ਉਂਗਲ ਜੇ ਦੇ ਉੱਤੇ ਰਹੂਗੀ ਤਾਂ ਤੁਹਾਡਾ ਬਹੁਤ ਈਜ਼ੀਲੀ ਤੁਸੀਂ ਆਰਾਮ ਨਾਲ ਕਰੋਗੇ। ਤੁਸੀਂ ਦੇਖ ਕੇ ਪਾਉਣੇ ਆ ਅੱਖਰ, ਮੈਂ ਬਾਰ-ਬਾਰ ਕਹਿ ਰਿਹਾ ਦੇਖੀ ਚਲੋ, ਕੀਬੋਰਡ ਲਈ ਦੇਖ ਕੇ ਅੱਖਰ ਪਾਓ, ਕੋਈ ਇਸ਼ੂ ਨਹੀਂ ਗਾ, ਆਰਾਮ ਨਾਲ ਦੇਖੋ। ਜਿੰਨਾ ਟਾਈਮ ਤੁਸੀਂ ਬੇਸਿਕ ਸਾਰਾ ਸਿੱਖ ਰਹੇ ਹੋ ਤੁਸੀਂ ਕੀਬੋਰਡ ਨੂੰ ਦੇਖ ਕੇ ਹੀ ਅੱਖਰ ਪਾਉਣੇ ਨੇ, ਠੀਕ ਹੈ ਜੀ। ਸੋ ਬਿਨਾਂ ਦੇਖੇ ਅੱਖਰ ਨਹੀਂ ਪਾਉਣਗੇ ਤੁਸੀਂ। ਹਾਜ਼ਰ, ਹੁਣ ਜੀ ਹਾਜ਼ਰ ਆਪਣਾ ਕਿੱਦਾਂ ਪੈਂਦਾ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਯੂ ਤੋਂ ਹਾਹਾ ਪੈ ਗਿਆ। ਕੰਨਾ ਕੀ ਤੋਂ ਪਿਆ, ਕੰਨਾ ਤੁਹਾਡਾ ਪਿਆ ਈ ਤੋਂ, ਠੀਕ ਆ ਜੀ। ਤੇ ਜੱਜਾ ਕੀ ਤੋਂ ਪਿਆ, ਜੱਜੇ ਲਈ ਤੁਸੀਂ ਪੀ ਦਾ ਯੂਜ਼ ਕੀਤਾ। ਰਾਰਾ ਤੁਹਾਡਾ ਫੇਰ ਉਹੀ। ਹੁਣ ਬਾਰ-ਬਾਰ ਮੈਂ ਤੁਹਾਨੂੰ ਨਹੀਂ ਦੱਸਾਂ ਕਿਹੜੀ ਉਂਗਲ ਤੁਸੀਂ ਕਿੱਥੇ ਲੈ ਕੇ ਜਾਣੀ ਆ, ਮੈਂ ਪਹਿਲਾਂ ਦੱਸਿਆ ਹੋਇਆ। ਬਾਕੀ ਤੁਸੀਂ ਟਾਈਪ ਕਰਦੇ ਟਾਈਮ ਵੀ ਤੁਹਾਨੂੰ ਲੱਗੇਗਾ ਕਿ ਹਾਂ ਇਹ ਵਾਲੀ ਉਂਗਲ ਤੋਂ ਮੈਨੂੰ ਇਹ ਚੀਜ਼ ਸਹੀ ਲੱਗ ਰਹੀ ਆ। ਸੋ ਜ਼ਿਆਦਾ ਆਪਾਂ ਹੱਥ ਨਹੀਂ ਹਿਲਾਉਣਾ, ਜ਼ਿਆਦਾ ਹੱਥ ਹਿਲਾ ਕੇ, ਜਿਵੇਂ ਹੁਣ ਮੰਨ ਲਓ ਵਾਈ ਆ, ਠੀਕ ਆ, ਵਾਈ ਵੀ ਛੱਡੋ ਤੁਸੀਂ। ਹੁਣ ਇਸ ਟਾਈਮ ਦੇ ਉੱਤੇ ਪੀ ਆ, ਪੀ ਦੇ ਉੱਤੇ ਪੀ ਦਿਖ ਰਹੀ ਆ। ਹੁਣ ਪੀ ਲਈ ਤੁਸੀਂ ਅੰਗੂਠੇ ਦੇ ਨਾਲ ਵਾਲੀ ਉਂਗਲ ਥੋੜੀ ਲੈ ਕੇ ਜਾਓਗੇ ਉੱਪਰ। ਤੁਹਾਨੂੰ ਖੁਦ ਨੂੰ ਵੀ ਪਤਾ ਹੋਵੇਗਾ ਕਿ ਪੀ ਲਈ ਮੈਂ ਜਿਹੜੀ ਚੀਚੀ ਆ ਮੇਰੀ, ਠੀਕ ਆ, ਸੋ ਮੈਂ ਚੀਚੀ ਦਾ ਯੂਜ਼ ਕਰੂੰਗਾ ਪੀ ਲਈ, ਠੀਕ ਆ। ਪੀ ਲਈ ਮੈਂ ਬਾਹਰ ਵਾਲੀ ਉਹ ਦੂਜੀ ਉਂਗਲ ਦਾ ਯੂਜ਼ ਕਿਉਂ ਕਰਾਂ, ਸਿਰਫ ਮੇਰੀ ਚੀਚੀ ਤਾਂ ਬਿਲਕੁਲ ਨੇੜੇ ਆ ਉਹਦੇ, ਤਾਂ ਕਰਕੇ ਮੈਂ ਉਹਦਾ ਪੀ ਦਾ ਯੂਜ਼ ਕਰ ਲਿਆ। ਸੋ ਪੀ ਪਾਇਆ ਮੈਂ, ਨਾਲ ਹੀ ਮੇਰਾ ਉਹ ਦੂਸਰਾ ਪੈ ਗਿਆ, ਠੀਕ ਆ। ਸੋ ਇਹਦੇ ਇਦਾਂ ਦੇ ਤੁਸੀਂ ਥੋੜੇ ਜਿਹੇ ਆਪਣੇ ਉਹ ਕਰਨੇ ਨੇ, ਪੀ ਤੋਂ ਜੱਜਾ ਪੈ ਗਿਆ। ਸੋ ਇਹ ਹੋ ਗਿਆ ਆਪਣਾ ਹਾਜ਼ਰ ਲਈ। ਤੁਸੀਂ ਮੈਂ ਤੁਹਾਨੂੰ ਕਿਹਾ ਯੂ ਤੋਂ ਹਾਹਾ ਪੈ ਗਿਆ, ਠੀਕ ਆ। ਈ ਤੋਂ ਸਾਡਾ ਪੈ ਗਿਆ ਕੰਨਾ, ਪੀ ਤੋਂ ਸਾਡਾ ਪੈ ਗਿਆ ਕੀ ਪਿਆ, ਜੱਜਾ, ਤੇ ਜੇ ਤੋਂ ਤੁਹਾਡਾ ਕੀ ਪਿਆ, ਰਾਰਾ। ਹੁਣ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਉਹਨੂੰ ਥੱਲੇ ਹਾਜ਼ਰ ਹਾਜ਼ਰ ਹਾਜ਼ਰ, ਇਹਨੂੰ ਲਗਾਤਾਰ ਲਿਖਦੇ ਰਹੋ, ਠੀਕ ਆ। ਸੋ ਲਿਖੀ ਜਾਓ ਤੇ ਨਾਲ ਦੀ ਨਾਲ ਪਾਊਸ ਕਰਕੇ ਆਪਣਾ ਇਹ ਪੂਰਾ ਕਰੋ, ਠੀਕ ਆ। ਉਸ ਤੋਂ ਬਾਅਦ ਅਗਲੇ ਅੱਖਰ ਤੇ ਜਾਓ। ਹੁਣ ਕੌਰ ਲਿਖਣਾ, ਜਿੱਦਾਂ ਕਿ ਆਪਣੇ ਨੇਮ ਦੇ ਵਿੱਚ ਸਰਨੇਮ ਪਿੱਛੇ ਪੈਂਦਾ ਹੁੰਦਾ ਵਾ, ਠੀਕ ਆ। ਆਮ ਤੌਰ ਤੇ ਕੌਰ ਕਿੱਦਾਂ ਪਾਉਣਾ, ਕੇ ਤੋਂ ਤੁਹਾਨੂੰ ਪਤਾ ਵਾ ਕਿ ਕੱਕਾ ਪੈਣਾ ਵਾ, ਠੀਕ ਆ। ਘਨੌੜਾ ਵੀ ਕੀ ਤੋਂ ਪੈਣਾ, ਕਿਉਂ ਤੋਂ ਪੈਣਾ। ਕਿਉਂ ਕਿੱਥੇ ਆ, ਚੀਚੀ, ਖੱਬੇ ਹੱਥ ਦੀ ਚੀਚੀ ਤੋਂ ਪਾਉਣਾ ਮੈਂ ਕਿਉਂ ਤੁਸੀਂ, ਠੀਕ ਆ। ਇੱਥੇ ਘਨੌੜਾ ਪੈ ਗਿਆ ਸਾਡਾ। ਤੇ ਰਾਰਾ ਕੀ ਤੋਂ ਪੈਣਾ, ਰਾਰੇ ਦੀ ਅਗਰ ਆਪਾਂ ਗੱਲ ਕਰੀਏ, ਰਾਰਾ ਤੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੇ ਦੇ ਉੱਤੇ ਇਸ ਟਾਈਮ ਤੁਹਾਡੇ ਸੱਜੇ ਹੱਥ ਦੀ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲ ਆ ਉਹਦੇ ਤੋਂ ਤੁਹਾਡਾ ਰਾਰਾ ਪੈ ਰਿਹਾ। ਤੁਹਾਨੂੰ ਬਹੁਤ ਈਜ਼ੀਲੀ ਹੋ ਰਿਹਾ ਹੋਏਗਾ। ਇਹਨੂੰ ਬਾਰ-ਬਾਰ ਤੁਸੀਂ ਕੌਰ 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 ਇਹ ਟਾਈਪ ਕਰੋ। ਜਿਵੇਂ ਤੁਸੀਂ ਟਾਈਪ ਕਰਦੇ ਰਹੋਗੇ ਤੁਹਾਨੂੰ ਈਜ਼ੀਲੀ ਇਹ ਹੁੰਦਾ ਜਾਏਗਾ, ਠੀਕ ਆ।
ਹੁਣ ਡੋਰ ਪਾਉਣਾ, ਡੋਰ ਕੀ ਤੋਂ ਪਾਉਣਾ ਜੀ? ਡੋਰ ਲਈ ਦੇਖੋ ਹੁਣ ਤੁਸੀਂ ਕੀ ਯੂਜ਼ ਕਰਨਾ। ਹੁਣ ਇਹਦੇ ਵਿੱਚ ਥੋੜਾ ਜਿਹਾ ਕਨਫਿਊਜ਼ ਨਾ ਹੋਇਓ ਤੁਸੀਂ, ਇਹਦੇ ਵਿੱਚ ਇੱਕ ਨਾ ਆਪਣੀ ਚੀਚੀ ਆ ਜਿਹੜੀ ਤੁਹਾਡੀ, ਜਿਹੜੀ ਇਸ ਟਾਈਮ ਦੇ ਉੱਤੇ ਸੈਮੀ ਕਾਲਮ ਤੇ ਆ, ਚੀਚੀ ਦੇ ਬਿਲਕੁਲ ਉੱਪਰ ਤੁਹਾਡੇ ਪੀ ਦਿਖ ਰਿਹਾ ਹੋਊਗਾ। ਪੀ ਦੇ ਨਾਲ ਤੁਹਾਡੇ ਕੀ ਦਿਖ ਰਿਹਾ ਵਾ? ਪੀ ਦੇ ਨਾਲ ਤੁਹਾਡੇ ਇੱਕ ਬ੍ਰੈਕਟ ਓਪਨ ਤੇ ਬ੍ਰੈਕਟ ਕਲੋਜ਼ ਵਾਲੇ ਦੋ ਬਟਨ ਦਿਖ ਰਹੇ ਆ, ਠੀਕ ਆ। ਪੀ ਦੇ ਨਾਲ, ਮੈਂ ਉੱਪਰ ਵਾਲੀ ਲਾਈਨ ਦੀ ਗੱਲ ਕਰ ਰਿਹਾ। ਦੇਖੋ ਪੀ ਦੇ ਨਾਲ ਜਿਹੜੇ ਤੁਹਾਡੇ ਅੱਖਰ ਦਿਖ ਰਹੇ ਆ, ਇਹਦੇ ਨਾਲ ਤੁਸੀਂ ਇਹ ਵਾਲਾ ਅੱਖਰ ਦਾ ਜਦੋਂ ਬ੍ਰੈਕਟ, ਜਦੋਂ ਤੁਸੀਂ ਬਿਨਾਂ ਸ਼ਿਫਟ ਤੋਂ ਕਰ ਰਹੇ ਆ ਆਪਾਂ, ਜਦੋਂ ਤੁਸੀਂ ਇਹ ਵਾਲੀ ਬ੍ਰੈਕਟ ਓਪਨ ਦਾ ਬਟਨ ਦੱਬੋਗੇ ਤਾਂ ਤੁਹਾਡਾ ਡੱਡਾ ਪੈ ਜਾਏਗਾ। ਹੋੜੇ ਲਈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਹੋੜਾ ਤੁਹਾਡਾ ਏ ਤੋਂ ਪਏਗਾ, ਜਿਹੜਾ ਕਿ ਆਲਰੇਡੀ ਤੁਹਾਡੀ ਉਂਗਲ ਇਸ ਟਾਈਮ ਹੋੜੇ ਦੇ ਉੱਤੇ ਹੀ ਹੋਵੇਗੀ। ਹੋੜੇ ਦੇ ਉੱਤੇ ਜਿਹੜੀ ਉਂਗਲ ਤੁਹਾਡੀ ਹੋਏਗੀ ਉਹ ਏ ਦੇ ਉੱਤੇ ਚੀਚੀ ਤੁਹਾਡੀ, ਠੀਕ ਆ। ਖੱਬੇ ਹੱਥ ਦੀ ਚੀਚੀ ਤੁਹਾਡੀ ਹੋੜੇ ਤੇ ਪੈ ਰਹੀ ਆ। ਇੱਥੇ ਕੀ ਪੈ ਗਿਆ? ਡੱਡਾ, ਡੱਡੇ ਨੂੰ ਹੋੜਾ, ਰਾਰਾ ਤੁਹਾਡੇ ਲਈ ਜੇ ਦੀ ਜਿਹੜੀ ਉਂਗਲ ਤੁਹਾਡੀ ਪਹਿਲਾਂ ਹੀ ਆ, ਰਾਰਾ ਤੁਹਾਡਾ ਇਹ ਤੋਂ ਪੈ ਗਿਆ। ਸੋ ਡੋਰ ਤੁਹਾਡਾ ਇਹ ਬਣ ਗਿਆ। ਸੋ ਇਹਨੂੰ ਬਾਰ-ਬਾਰ ਤੁਸੀਂ ਟਾਈਪ ਕਰਨਾ ਵਾ, ਠੀਕ ਆ। ਸੋ ਇਹਦਾ ਮਤਲਬ ਇਦਾਂ ਨਹੀਂ ਕਿ ਡੱਡਾ ਤੁਸੀਂ ਇੱਥੇ ਪੈ ਗਿਆ ਤਾਂ ਇੱਥੇ ਤੁਸੀਂ ਘਨੌੜਾ, ਹੋੜਾ ਤੁਹਾਡਾ ਇੱਥੇ ਪੈ ਗਿਆ ਜੀ, ਆਪਾਂ ਇਹ ਬਾਅਦ ਚੋਂ, ਜੇ ਆਪਾਂ ਪਹਿਲਾਂ ਨਹੀਂ ਆਪਾਂ ਹੋੜਾ ਪਾ ਸਕਦੇ, ਡੱਡਾ ਪਹਿਲਾਂ ਪਾਉਣਾ ਵਾ, ਉਸ ਤੋਂ ਬਾਅਦ ਤੁਹਾਡਾ ਹੋੜਾ ਪੈ। ਜੇ ਤੁਸੀਂ ਪਹਿਲਾਂ ਪਾਉਣ ਦੀ ਕੋਸ਼ਿਸ਼ ਸੌਫਟਵੇਅਰ ਤੇ ਜਾਂ ਨੋਟਪੈਡ ਤੇ ਕਰੋਗੇ ਉਹ ਪੈ ਜਾਏਗਾ। ਇਦਾਂ ਨਹੀਂ ਮੈਂ ਕਹਿੰਦਾ ਨਹੀਂ ਪਊਗਾ, ਬਟ ਉਹ ਤੁਹਾਡੀ ਗਲਤੀ ਮੰਨੀ ਜਾਊਗੀ, ਕਿਉਂਕਿ ਉਹਦੇ ਨਾਲ ਕਈ ਵਾਰ ਇਦਾਂ ਜੇ ਅੱਖਰ ਪੈ ਜਾਏਗਾ। ਸੋ ਇਹ ਤੁਹਾਡਾ ਉਹ PSSB ਬੋਰਡ ਵੱਲੋਂ ਰਿਜੈਕਟ ਕਰ ਦਿੱਤਾ ਜਾਊਗਾ, ਠੀਕ ਆ, ਜੇਕਰ ਪੈਂਦਾ ਹੋਇਆ ਤਾਂ, ਠੀਕ ਆ। ਸੋ ਡੋਰ ਤੁਸੀਂ ਇਹਨੂੰ ਬਾਰ-ਬਾਰ ਟਾਈਪ ਕਰੋ। ਨੈਕਸਟ ਆ ਗਿਆ ਜੀ ਡੋਗਰ। ਡੋਗਰ ਕਿੱਦਾਂ ਪੈਣਾ? ਡੱਡਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਡੱਡਾ ਤੁਹਾਡਾ ਜਿਹੜਾ ਪੀ ਦੇ ਨਾਲ, ਜਿਹੜਾ ਚੀਚੀ ਨਾਲ ਪਾਉਣਾ ਵਾ ਤੁਸੀਂ, ਸੱਜੇ ਹੱਥ ਦੀ ਚੀਚੀ ਨਾਲ, ਸੱਜੇ ਹੱਥ ਦੀ ਚੀਚੀ ਨਾਲ ਡੱਡਾ ਪਿਆ ਤੁਹਾਡਾ। ਏ ਜਿਹੜਾ ਤੁਹਾਡਾ ਆਪਣਾ ਲਾ ਲਓ ਕਿ ਏ ਹੈ, ਠੀਕ ਆ। ਏ ਦੇ ਨਾਲ ਤੁਹਾਡਾ ਪਿਆ ਹੋੜਾ, ਠੀਕ ਆ, ਜਿਹਦੇ ਉੱਤੇ ਤੁਹਾਡੀ ਖੱਬੇ ਹੱਥ ਦੀ ਚੀਚੀ ਆ, ਠੀਕ ਆ। ਸੋ ਗੱਗਾ ਕੀ ਤੋਂ ਪਿਆ ਤੁਹਾਡਾ? ਗੱਗਾ ਪਿਆ ਤੁਹਾਡਾ ਜੀ, ਗੱਗਾ ਤੁਹਾਡਾ ਪਿਆ ਆਪਣਾ ਆਈ ਤੋਂ, ਠੀਕ ਆ ਜੀ। ਆਈ ਤੋਂ ਤੁਹਾਡਾ ਗੱਗਾ ਪਿਆ, ਜਿਹੜੀ ਕਿ ਇਸ ਟਾਈਮ ਤੁਹਾਡੇ ਕੇ ਤੇ ਉਂਗਲ ਆ, ਸੱਜੇ ਹੱਥ ਦੀ ਜਿਹੜੀ ਤੁਹਾਡੀ ਅੰਗੂਠੇ ਦੇ ਨਾਲ ਵਾਲੀ ਉਂਗਲ ਦੇ ਇੱਕ ਹੋਰ ਸਭ ਤੋਂ ਵੱਡੀ ਉਂਗਲ ਜਿਹੜੀ ਆਪਣੇ ਹੱਥ ਦੀ ਹੁੰਦੀ ਆ, ਉਹਦੇ ਨਾਲ ਤੁਸੀਂ ਆਈ ਦੱਬੋਗੇ, ਕੀ ਪੈ ਜਾਏਗਾ? ਤੁਹਾਡਾ ਗੱਗਾ ਪੈ ਜਾਏਗਾ। ਰਾਰਾ ਕੀ ਤੋਂ ਪੈ ਰਿਹਾ ਵਾ? ਰਾਰਾ ਪੈ ਰਿਹਾ ਵਾ ਤੁਹਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਜੇ ਤੋਂ, ਠੀਕ ਆ। ਜੇ ਤੋਂ ਤੁਹਾਡਾ ਰਾਰਾ ਪੈ ਰਿਹਾ ਵਾ, ਠੀਕ ਆ। ਸੋ ਤੁਸੀਂ ਹੁਣ ਸਮਝ ਚੁੱਕੇ ਹੋਵੋਗੇ। ਸੋ ਇਹਨੂੰ ਬਾਰ-ਬਾਰ ਟਾਈਪ ਕਰਨਾ, ਇਹਦੇ ਤੇ ਧਿਆਨ ਦੇਣਾ ਵਾ ਤੁਸੀਂ। ਫਿਲਹਾਲ ਡੋਗਰ 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 ਇਹਨੂੰ ਬਾਰ-ਬਾਰ ਟਾਈਪ ਕਰੀ ਜਾਓਗੇ, ਦੇਖ ਕੇ ਟਾਈਪ ਕਰੋ, ਜਿੰਨੀ ਵਾਰ ਵੀ ਵੱਧ ਤੋਂ ਵੱਧ ਕਰ ਸਕੋਗੇ। ਜੇ ਤੁਹਾਡੇ ਹੱਥ, ਕੋਈ ਗੱਲ ਨਹੀਂ, ਹੌਲੀ-ਹੌਲੀ ਹੋਏਗੀ। ਜੇਕਰ ਤੁਸੀਂ ਲੱਗਦਾ ਵਾ ਕਿ ਤੁਹਾਨੂੰ ਇੱਕਦਮ ਟਾਈਪਿੰਗ ਆ ਜਾਏਗੀ, ਉਹ ਵੀ ਔਖਾ ਵਾ। ਸੋ ਕੋਈ ਗੱਲ ਨਹੀਂ, ਪ੍ਰੈਕਟਿਸ ਦੇ ਨਾਲ ਜਿਵੇਂ ਤੁਸੀਂ ਕਰੀ ਜਾਓਗੇ, ਅਭਿਆਸ ਕਰੀ ਜਾਓਗੇ, ਸਾਰੇ ਕੋਈ ਵੀ ਇਸ ਟਾਈਮ ਕੈਂਡੀਡੇਟ ਹੋਊਗਾ, ਕੋਈ ਵੀ ਇਸ ਟਾਈਮ, ਅਗਰ ਕਿਸੇ ਦੀ ਇਸ ਟਾਈਮ ਦੇ ਉੱਤੇ ਜੇ ਕੋਈ ਕਹਿੰਦਾ ਕਿ ਮੇਰੀ 50 ਦੀ ਸਪੀਡ ਆ, ਠੀਕ ਆ, ਸੋ ਜ਼ਰੂਰੀ ਨਹੀਂਗਾ ਕਿ ਉਹ 50 ਦੀ ਸਪੀਡ ਉਹਨੇ ਇੱਕ ਦਿਨ ਦੇ ਵਿੱਚ ਬਣਾ ਲਈ, 7 ਦਿਨ 'ਚ ਬਣਾ ਲਈ, 10 ਦਿਨ 'ਚ ਬਣਾ ਲਈ। ਉਹਦੇ ਲਈ ਵੀ ਉਹਨੂੰ ਘੱਟ ਤੋਂ ਘੱਟ 45 ਦਿਨ, 50 ਦਿਨ, 2 ਮਹੀਨੇ, 3 ਮਹੀਨੇ, 4 ਮਹੀਨੇ ਲੱਗੇ ਹੀ ਹੋਣਗੇ, ਠੀਕ ਆ। ਸੋ ਕੋਈ ਵੀ ਕੈਂਡੀਡੇਟ ਸ਼ੁਰੂ ਤੋਂ ਹੀ ਬੈਸਟ ਨਹੀਂ ਹੁੰਦਾਗਾ, ਹੌਲੀ-ਹੌਲੀ ਉਹ ਬਣਦਾ ਵਾ ਜਿਵੇਂ ਅਭਿਆਸ ਕਰਦਾ ਵਾ। ਤੁਸੀਂ ਵੀ ਅਭਿਆਸ ਕਰਨਾ, ਕੌਨਫੀਡੈਂਸ ਆਪਦਾ ਲੈਵਲ ਪੂਰਾ ਉੱਪਰ ਰੱਖਣਾ ਕਿ ਹਾਂ ਮੈਂ ਸਿੱਖਣੀਆਂ। ਜੇ ਤੁਸੀਂ ਰੈਗੂਲਰ ਇਸ ਟਾਈਮ PSSB ਦੀਆਂ ਆਉਣ ਵਾਲੀਆਂ ਪੋਸਟਾਂ ਲਈ ਭਰਤੀ ਦੀ ਮੈਂ ਗੱਲ ਕਰਦਾ, ਜੇ ਤੁਸੀਂ ਕਰੋਗੇ ਤਾਂ ਤੁਸੀਂ ਆਰਾਮ ਦੇ ਨਾਲ ਕਰ ਜਾਓਗੇ ਜਦੋਂ ਤੱਕ ਉਹਦਾ ਟੈਸਟ ਹੋਗਾ। 2-3 ਮਹੀਨੇ ਦਾ ਜੇ ਪੇਪਰ ਹੋਣ ਦੀ ਸੰਭਾਵਨਾ ਹੈ ਨਹੀਂਗੀ ਇਹਦੀ। 3 ਮਹੀਨੇ ਬਾਅਦ ਪੇਪਰ ਹੋਊਗਾ, ਫਿਰ ਉਹਦਾ ਰਿਜ਼ਲਟ ਆਊਗਾ, ਫਿਰ ਟਾਈਪਿੰਗ। ਤੁਹਾਡੇ ਕੋਲ ਆਰਾਮ ਨਾਲ 4-5-6 ਮਹੀਨੇ ਹੈਗੇ ਨੇ। ਤੁਸੀਂ ਆਪਦਾ ਦਿਹਾੜੀ ਦੇ ਵਿੱਚ 1 ਘੰਟਾ ਤੋਂ 2 ਘੰਟੇ ਵੀ ਦਿਓਗੇ ਤਾਂ ਆਰਾਮ ਨਾਲ ਸਿੱਖ ਜਾਓ। ਅਜੇ ਤੁਸੀਂ ਜਿਹਨੇ ਰਿਟਨ ਦੀ ਤਿਆਰੀ ਕਰਦੇ ਹੋ ਉਹ ਸਿਰਫ 1 ਘੰਟਾ ਦਿਓ, ਜ਼ਿਆਦਾ ਟਾਈਮ ਨਾ ਦਿਓ। 1 ਘੰਟਾ ਆਰਾਮ ਨਾਲ ਤੁਸੀਂ ਕਰੋ, ਆਪਦੇ ਅੱਖਰ ਵਗੈਰਾ ਸਿੱਖੋ, ਹੌਲੀ-ਹੌਲੀ ਪ੍ਰੈਕਟਿਸ ਕਰਕੇ ਅਭਿਆਸ ਤੁਹਾਡਾ ਹੋ ਜਾਏਗਾ। ਨੈਕਸਟ ਆ ਗਿਆ ਜੀ ਡੀ ਕਿੱਦਾਂ ਬਣਾ? ਜਿਹੜਾ ਬ੍ਰੈਕਟ ਸਟਾਰਟ ਵਾਲਾ ਬਟਨ ਮੈਂ ਤੁਹਾਨੂੰ ਦੱਸਿਆ ਸੀ, ਉਹਦੇ ਨਾਲ ਡੱਡਾ ਪੈ ਗਿਆ ਤੁਹਾਡਾ। ਤੇ ਆਪਣਾ ਬਿਹਾਰੀ ਕੀ ਤੋਂ ਪੈ ਗਈ? ਬਿਹਾਰੀ ਆਪਣੀ ਆਰ ਤੋਂ ਪੈ ਰਹੀ ਆ। ਆਰ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਹੋਇਆ, ਠੀਕ ਆ। ਆਰ ਆਪਾਂ ਨੂੰ ਦਿਖ ਰਹੀ ਆ ਸਾਫ਼-ਸਾਫ਼। ਜਿਹੜੀ ਐਫ ਦੇ ਉੱਤੇ ਤੁਹਾਡੀ ਉਂਗਲ ਆ ਖੱਬੇ ਹੱਥ ਦੀ, ਉਹਨੂੰ ਤੁਸੀਂ ਆਰ ਦੇ ਉੱਤੇ ਲੈ ਜਾਓ, ਉਹ ਤੁਹਾਡੀ ਪੈ ਜਾਏਗੀ, ਠੀਕ ਆ। ਸੋ ਉਹੀ ਸੇਮ ਉਂਗਲ ਨੂੰ ਤੁਸੀਂ ਮੂਵ ਕਰਕੇ ਜਦੋਂ ਉੱਪਰ ਲੈ ਕੇ, ਉਸ ਤੋਂ ਬਾਅਦ ਫਿਰ ਐਫ ਤੇ ਜੇ ਦੇ ਉੱਤੇ ਹੀ ਰੱਖਣੀਆਂ ਨੇ, ਦੁਬਾਰੇ ਫਿਰ ਉਂਗਲਾਂ ਉੱਥੇ ਹੀ ਬੈਕ ਕਰ ਲਓ, ਠੀਕ ਆ। ਹੌਲੀ-ਹੌਲੀ ਪਾਓ, ਇਹਦੇ ਨਾਲ ਹੀ ਤੁਹਾਡਾ ਅਭਿਆਸ ਹੋਏਗਾ, ਠੀਕ ਆ। ਸੋ ਨੈਕਸਟ ਆ ਗਿਆ ਜਿਕਰ। ਹੁਣ ਜੱਜੇ ਪੈਰ ਬਿੰਦੀ ਮੈਂ ਫਿਰ ਤੁਹਾਨੂੰ ਕਿਹਾ ਸੀ ਕਿ ਜਿਹੜੀ ਅੰਗੂਠੇ ਦੇ ਨਾਲ ਤੁਸੀਂ ਆਲਟ ਜੱਜਾ, ਆਲਟ GR ਪਲੱਸ ਜਦੋਂ ਤੁਸੀਂ P ਦੱਬੋਗੇ, ਠੀਕ ਆ, ਪਲੱਸ ਉਹਦੇ ਨਾਲ P ਬਟਨ ਦੱਬੋਗੇ ਤਾਂ ਤੁਹਾਡਾ ਪੈ ਜਾਏਗਾ ਜੱਜੇ ਪੈਰ ਬਿੰਦੀ। ਤੇ ਨਾਸਟ ਆਪਣਾ ਸਿਹਾਰੀ ਕੀ ਤੋਂ ਪੈਣੀ ਆ? ਆਪਣੀ F ਤੋਂ ਸਿਹਾਰੀ ਪੈ ਗਈ ਤੁਹਾਡੀ। ਕੱਕਾ ਕੀ ਤੋਂ ਪਿਆ? ਕੱਕਾ ਪਿਆ ਤੁਹਾਡਾ K ਤੋਂ। ਰਾਰਾ ਕੀ ਤੋਂ ਪਿਆ? J ਤੋਂ। ਬਹੁਤ ਈਜ਼ੀਲੀ ਤੁਸੀਂ ਟਾਈਪ ਕਰੋਗੇ। ਜਦੋਂ ਤੁਸੀਂ ਇਹਨੂੰ 10-10, 15-15, 20-20 ਵਾਰੀ ਲਿਖੋਗੇ ਤਾਂ ਤੁਹਾਡਾ ਆਰਾਮ ਦੇ ਨਾਲ ਹੋ ਜਾਏਗਾ। ਗਤੀ ਕੀ ਤੋਂ ਪੈਣਾ ਜੀ? ਗਤੀ ਦੇਖੋ ਹੁਣ ਗੱਗਾ ਕੀ ਤੋਂ ਪੈ ਰਿਹਾ ਜੀ? ਗੱਗਾ ਪੈ ਰਿਹਾ ਸਾਨੂੰ ਪਤਾ ਆਈ ਤੋਂ ਪੈ ਰਿਹਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਜਿਹੜੀ ਸਭ ਤੋਂ ਵੱਡੀ ਉਂਗਲ ਆਪਣੀ ਸੱਜੇ ਹੱਥ ਦੀ, ਠੀਕ ਆ, ਸਭ ਤੋਂ ਵੱਡੀ ਉਂਗਲ, ਉਹਦੇ ਨਾਲ ਤੁਸੀਂ ਵਿਚਾਲੇ ਵਾਲੀ ਉਂਗਲ ਦੇ ਨਾਲ ਆਈ ਪਾ ਲਿਆ, ਉਹਦੇ ਨਾਲ ਆਪਣਾ ਗੱਗਾ ਪੈ ਗਿਆ। ਤੱਤਾ ਕੀ ਤੋਂ ਪਿਆ ਜੀ? ਤੱਤਾ ਦੇਖੋ ਕੀ ਤੋਂ ਪਿਆ? ਤੱਤੇ ਲਈ ਤੁਹਾਨੂੰ L ਦਾ ਯੂਜ਼ ਕਰਨਾ ਪਿਆ, ਠੀਕ ਆ। L ਜਿਹੜੀ ਥੱਲੇ ਵਾਲੀ ਆ, ਜਿਹੜੀ ਤੁਹਾਡੀ ਚੀਚੀ ਦੇ ਨਾਲ ਵਾਲੀ ਉਂਗਲ ਆ ਸੱਜੇ ਹੱਥ ਦੀ, ਉਹਨੂੰ ਤੁਸੀਂ ਦੇਖੋ ਤਾਂ L ਤੋਂ ਤੁਹਾਡਾ ਤੱਤਾ ਪੈ ਗਿਆ। ਬਿਹਾਰੀ ਕੀ ਤੋਂ ਪੈ ਗਈ? ਬਿਹਾਰੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ R ਤੋਂ ਤੁਹਾਡੀ ਬਿਹਾਰੀ ਪਏਗੀ, ਜਿਹੜੀ ਕਿ ਤੁਹਾਡਾ F ਦੇ ਉੱਤੇ ਖੱਬੇ ਹੱਥ ਦਾ ਜਿਹੜਾ ਪਹਿਲੀ ਉਂਗਲ ਆ, ਉਹਦੇ ਤੋਂ ਤੁਸੀਂ ਉਹਨੂੰ ਉੱਪਰ ਲੈ ਕੇ ਜਾਓਗੇ, R ਦਿਖਦੀ ਰਹੀ ਹੋਊਗੀ ਤੁਹਾਨੂੰ। ਸੋ ਉਹਦੇ ਨਾਲ ਬਿਹਾਰੀ ਪਾ ਲਓ।
ਹੋ ਗਿਆ ਜੀ ਇਹ ਵੀ ਆਪਣਾ। ਹੁਣ ਸੋ ਇਹਨੂੰ ਬਾਰ-ਬਾਰ ਟਾਈਪ ਕਰਨਾ। ਬਚੀ ਕਿਤੋਂ ਪੈਣਾ, ਵਾਈ ਤੋਂ ਤੁਹਾਡਾ ਬੱਬਾ ਪੈ ਰਿਹਾ ਇਸ ਟਾਈਮ। ਹੁਣ ਦੇਖੋ ਇਹਦੇ ਵਿੱਚ ਜ਼ਿਆਦਾਤਰ ਬੱਚਾ ਕਨਫਿਊਜ਼ ਹੁੰਦਾ ਕਿ ਖੱਬੇ ਹੱਥ ਦੀ ਉਂਗਲ ਦੇ ਨਾਲ ਮੈਂ ਵਾਈ ਪਾਵਾਂ ਕਿ ਜੇ ਜਾਂ ਸੱਜੇ ਹੱਥ ਦੀ ਜਿਹੜੀ ਪਹਿਲੀ ਉਂਗਲ ਆ ਉਹਦੇ ਨਾਲ ਵਾਈ ਪਾਵਾਂ। ਦੇਖੋ ਇੱਥੇ ਹੁਣੇ ਮੈਂ ਤੁਹਾਨੂੰ ਸਮਝਾਉਣਾ, ਇਹਦੇ ਵਿੱਚ ਤੁਸੀਂ ਕਨਫਿਊਜ਼ ਹੋਵੋਗੇ ਥੋੜਾ ਤੁਹਾਨੂੰ, ਹੋ ਸਕਦਾ ਤੁਸੀਂ ਕੋਈ ਹੋਰ ਉਂਗਲ ਵੀ ਯੂਜ਼ ਕਰ ਲਓ। ਆਹ ਵਾਈ ਆ ਗਿਆ, ਠੀਕ ਆ। ਇਸ ਟਾਈਮ ਤੁਹਾਡੀ ਖੱਬੇ ਹੱਥ ਦੀ ਜਿਹੜੀ ਉਂਗਲ ਆ ਉਹ ਇਸ ਟਾਈਮ ਤੁਹਾਡੀ ਇੱਥੇ ਮੰਨ ਲਓ ਐਫ ਦੇ ਉੱਤੇ ਆ, ਠੀਕ ਆ। ਤੋ ਸੱਜੇ ਹੱਥ ਦੀ ਜਿਹੜੀ ਉਂਗਲ ਆ, ਸੱਜੇ ਹੱਥ ਦੀ ਉਂਗਲ ਇਸ ਟਾਈਮ ਤੁਹਾਡੀ ਜੇ ਦੇ ਉੱਤੇ ਆ। ਪਹਿਲੀ ਉਂਗਲ ਦੀ ਗੱਲ ਕਰ ਰਹੇ ਆ ਜਿਹੜੀ ਅੰਗੂਠੇ ਦੇ ਨਾਲ ਹੁੰਦੀ ਆ, ਆਹ ਵਾਈ ਆ, ਠੀਕ ਆ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋਗੇ ਇਹਨੂੰ ਤਾਂ ਦੋਨਾਂ ਤੋਂ ਲਗਭਗ ਇੱਕੋ ਜਿਹੀ ਲੱਗ ਰਹੀ ਹੋਊਗੀ ਤੁਹਾਨੂੰ ਦੇਖਣ ਨੂੰ ਕਿ ਐਫ ਤੋਂ ਵਾਈ ਵੀ ਉਨੀ ਲੱਗ ਰਹੀ ਹੋਊਗੀ, ਜੇ ਤੋਂ ਵੀ ਉਨੀ ਲੱਗ ਰਹੀ। ਬਟ ਜੇ ਤੁਸੀਂ ਧਿਆਨ ਨਾਲ ਇਹਨੂੰ ਦੇਖੋਗੇ ਤਾਂ ਤੁਹਾਡੀ ਜਿਹੜੀ ਸੱਜੇ ਹੱਥ ਦੀ ਜੇ ਆ ਇਹਦੇ ਜ਼ਿਆਦਾ ਨੇੜੇ ਲੱਗ ਰਹੀ ਆ ਇਹ। ਸੋ ਜਿਹੜੀ ਜ਼ਿਆਦਾ ਨੇੜੇ ਲੱਗਦੀ ਆ ਉਹ ਉਂਗਲ ਨੂੰ ਤੁਸੀਂ ਮੂਵ ਕਰੋ। ਉਹ ਜੇ ਵਾਲੀ ਉਂਗਲ ਨੂੰ ਤੁਸੀਂ ਵਾਈ ਤੇ ਮੂਵ ਲੈ ਕੇ ਜਾਣਾ, ਐਫ ਵਾਲੀ ਨੂੰ ਵਾਈ ਦੇ ਉੱਤੇ ਨਹੀਂ ਲੈ ਕੇ ਜਾਣਾ, ਕਿਉਂਕਿ ਜੇ ਤੁਸੀਂ ਐਫ ਦੇ ਨਾਲ ਜਾਓਗੇ ਤਾਂ ਥੋੜੀ ਜਿਹੀ ਤੁਹਾਡੀ ਪੋਜੀਸ਼ਨ ਹਿੱਲ ਜਾਏਗੀ। ਸੋ ਮੇਰੀ ਸਲਾਹ ਇਹੀ ਹੈ ਕਿ ਤੁਸੀਂ ਜੇ ਵਾਲੀ ਉਂਗਲ ਨੂੰ ਵੀ ਵਾਈ ਦੇ ਉੱਤੇ ਲੈ ਕੇ ਜਾਣਾ। ਬਾਕੀ ਤੁਹਾਡੇ ਆਪਣੇ ਤੇ ਆ, ਕਿਉਂਕਿ ਕਈ ਅੱਖਰ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਕਿ ਕਈ ਵਾਰ ਆਪਾਂ ਸਟਾਰਟਿੰਗ ਦੇ ਵਿੱਚ ਸਿੱਖ ਲੈਂਦੇ ਆ, ਉਹੀ ਚੱਲਦੇ ਰਹਿੰਦੇ ਨੇ, ਉਹਦੇ ਨਾਲ ਜ਼ਿਆਦਾ ਇੰਪੈਕਟ ਵੀ ਨਹੀਂ ਪੈਂਦਾ ਸਪੀਡ ਨਾਲ। ਸੋ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਕਿ ਜੇ ਵਾਲੀ ਉਂਗਲ ਨੂੰ ਤੁਸੀਂ ਵਾਈ ਤੇ ਲੈ ਕੇ ਜਾਣਾ, ਕਿਉਂਕਿ ਜੇ ਦੇ ਬਿਲਕੁਲ ਨੇੜੇ ਵਾਈ ਪੈਂਦੀ ਆ। ਐਫ ਦੇ ਵਿਚਾਲੇ ਅਜੇ ਥੋੜਾ ਜਿਹਾ ਫਰਕ ਤੁਹਾਨੂੰ ਦਿਖੇਗਾ ਕਿ ਹਾਂ ਐਫ ਦੇ ਨਾਲ ਐਫ ਵਾਲੀ ਜੇ ਤੁਸੀਂ ਖੱਬੇ ਹੱਥ ਦੀ ਉਂਗਲ ਵਾਈ ਤੇ ਲੈ ਕੇ ਜਾਓਗੇ ਉਹਦੇ ਨਾਲ ਤੁਹਾਨੂੰ ਥੋੜਾ ਦੂਰ ਪਏਗਾ ਤੇ ਹੱਥ ਤੁਹਾਡਾ ਹਿੱਲ ਸਕਦਾ ਵਾ, ਠੀਕ ਆ। ਹੁਣ ਵਾਈ ਦੇ ਨਾਲ ਮੈਂ ਤੁਹਾਨੂੰ ਕਿਹਾ ਸੀ ਬੱਬਾ ਪੈਣਾ ਮੈਂ, ਠੀਕ ਆ। ਬੱਬਾ ਪੈ ਗਿਆ ਤੁਹਾਡਾ ਵਾਈ ਦੇ ਨਾਲ। ਇੱਕ ਸੈਮੀ ਕਾਲਮ ਦਾ ਬਟਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸੈਮੀ ਕਾਲਮ ਤੇ ਇਸ ਟਾਈਮ ਤੁਹਾਡੀ ਚੀਚੀ ਆ, ਠੀਕ ਆ, ਵਿਚਾਲੇ ਵਾਲੀ ਤੇ, ਠੀਕ ਆ। ਉਹਦੇ ਨਾਲ ਕੀ ਪੈ ਗਿਆ, ਚੱਚਾ ਪੈ ਗਿਆ ਸਾਡਾ ਸੈਮੀ ਕਾਲਮ ਦੇ ਨਾਲ। ਬਿਹਾਰੀ ਤਾਂ ਮੈਂ ਤੁਹਾਨੂੰ ਦੱਸਿਆ ਆਰ ਦੇ ਨਾਲ, ਜਿਹੜੀ ਆਰ ਆ ਉਹਦੇ ਨਾਲ ਬਿਹਾਰੀ ਪੈ ਗਈ ਆ। ਸੋ ਇਹਨੂੰ ਤੁਸੀਂ ਬਾਰ-ਬਾਰ ਟਾਈਪ ਕਰਨਾ ਵਾ ਇਸੇ ਤਰ੍ਹਾਂ 2-2 ਲਾਈਨਾਂ ਘੱਟੋ ਘੱਟ ਪਹਿਲਾਂ ਟਾਈਪ ਕਰੋ। ਉਸ ਤੋਂ ਬਾਅਦ ਜਦੋਂ ਆਪਣੀ ਵੀਡੀਓ ਖਤਮ ਹੋ ਜਾਏਗੀ ਫਿਰ ਤੁਸੀਂ ਉਹਦੇ ਥੱਲੇ ਇਹਦੇ ਥੱਲੇ 20-20 25-25 ਵਾਰ ਟਾਈਪ ਕਰੋ। ਤੁਹਾਨੂੰ ਟਾਈਪਿੰਗ 101% ਆਏਗੀ, ਇਹ ਗਰੰਟੀ ਮੇਰੀ ਆ, ਠੀਕ ਆ ਜੀ। ਮੇਰੀ ਗਰੰਟੀ ਆ 101%, ਤੁਹਾਨੂੰ ਕੋਈ ਵੀ ਡਾਊਟ ਨਹੀਂ ਰਹੇਗਾ। ਜੇਕਰ ਤੁਹਾਨੂੰ ਫਿਰ ਵੀ ਕੋਈ ਡਾਊਟ ਹੋਏਗਾ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਅਗਰ ਤੁਹਾਨੂੰ ਅਜੇ ਵੀ ਹੋਇਆ ਤਾਂ ਇਹਦੇ ਥੱਲੇ ਕਮੈਂਟ ਬਾਕਸ ਦੇ ਥੱਲੇ ਵੀ ਤੁਸੀਂ ਆਪਦੀ ਕੁਐਰੀ ਛੱਡ ਦੇਣੀ ਹੈ ਕਿ ਇਹਦੇ ਨਾਲ ਇਹ ਦਿੱਕਤ ਆ ਰਹੀ ਆ, ਇਹ ਅੱਖਰ ਨਹੀਂ ਪੈ ਰਿਹਾ। ਤਾਂ ਉਹ ਮੈਂ ਤੁਹਾਨੂੰ ਦੇਖ ਕੇ ਦੱਸ ਦੇਵਾਂਗਾ ਕਿ ਕਿਤੇ ਮਿਸਟੇਕ ਤਾਂ ਨਹੀਂ ਹੋਈ ਜਾਂ ਤੁਹਾਨੂੰ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ। ਜੋ ਵੀ ਹੋਏਗਾ ਮੈਂ ਤੁਹਾਨੂੰ ਰਿਪਲਾਈ ਕਰ ਦੇਵਾਂਗਾ। ਦੀਪ ਕੀ ਤੋਂ ਪੈਣਾ ਜੀ, ਬਹੁਤ ਯੂਜ਼ ਹੁੰਦਾ ਦੀਪ ਦਾ, ਠੀਕ ਆ। ਉਹ ਦੀ ਅਗਰ ਆਪਾਂ ਗੱਲ ਕਰਦੇ ਦੱਦਾ ਪੈ ਗਿਆ, ਉਹ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਉਹ ਕਿਤੋਂ ਪਾਉਣਾ ਮੈਂ, ਤੁਸੀਂ ਜਿਹੜੀ ਸੱਜੇ ਹੱਥ ਜਿਹੜੀ ਇਸ ਟਾਈਮ ਐਲ ਦੇ ਉੱਤੇ ਤੁਹਾਡੀ ਉਂਗਲ ਆ ਚੀਚੀ ਦੇ ਨਾਲ ਵਾਲੀ, ਉਹਦੇ ਨਾਲ ਉਹ ਪੈ ਗਿਆ ਤੁਹਾਡਾ। ਆਰ ਦੇ ਨਾਲ ਤੁਹਾਡਾ ਕੀ ਪਿਆ, ਖੱਬੇ ਹੱਥ ਦੀ ਜਿਹੜੀ ਚੀਚੀ ਦੇ ਨਾਲ ਵਾਲੀ ਉਂਗਲ ਆ ਇਸ ਟਾਈਮ, ਚੀਚੀ ਦੇ ਸੌਰੀ ਆਪਣੀ ਅੰਗੂਠੇ ਦੇ ਨਾਲ ਵਾਲੀ ਉਂਗਲ ਆ, ਉਹਦੇ ਨਾਲ ਤੁਹਾਡਾ ਆਪਣਾ ਕੀ ਪੈ ਗਿਆ, ਆਰ ਦੱਬੀ ਤਾਂ ਤੁਸੀਂ ਤੁਹਾਡੀ ਬਿਹਾਰੀ ਪੈ ਗਈ। ਨਾਲ ਤੁਹਾਡਾ ਪੱਪਾ ਪਾਉਣ ਲਈ ਤੁਸੀਂ ਕੀ ਕੀਤਾ, ਐਚ ਦਾ ਯੂਜ਼ ਕੀਤਾ। ਐਚ ਦਾ ਯੂਜ਼ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ ਕਿ ਜਿਹੜੀ ਸੱਜੇ ਹੱਥ ਦੀ ਜਿਹੜੀ ਤੁਹਾਡੀ ਜੇ ਦੇ ਉੱਤੇ ਉਂਗਲ ਆ, ਠੀਕ ਆ, ਪਹਿਲੀ ਉਂਗਲ, ਉਹਨੂੰ ਹੀ ਤੁਸੀਂ ਐਚ ਦੇ ਉੱਤੇ ਲੈ ਕੇ ਆਓਗੇ ਤਾਂ ਪੱਪਾ ਪੈ ਜਾਏਗਾ। ਸੋ ਦੀਪ ਬਣ ਗਿਆ ਤੁਹਾਡਾ। ਇਹਨੂੰ ਬਾਰ-ਬਾਰ ਟਾਈਪ ਕਰੋ ਜਿੰਨੀ ਵਾਰ ਵੀ ਤੁਸੀਂ ਕਰ ਸਕਦੇ ਹੋ। ਹਿੱਪ ਕਿੱਦਾਂ ਪੈਣਾ, ਹਿੱਪ ਪਾਉਣ ਲਈ ਤੁਹਾਨੂੰ ਯੂ ਦਾ ਯੂਜ਼ ਕਰਨਾ ਪੈਣਾ। ਯੂ ਦੇ ਨਾਲ ਸਿਹਾਰੀ ਪਊਗੀ, ਠੀਕ ਆ। ਐਫ ਦੇ ਨਾਲ ਕੀ ਪਊਗਾ, ਐਫ ਦੇ ਨਾਲ ਸਾਡਾ ਕੀ ਪਏਗਾ, ਯੂ ਸੌਰੀ ਆ ਦੇਖੋ ਇਦਾਂ ਗਲਤੀ ਹੁੰਦੀ ਆ। ਦੇਖੋ ਯੂ ਆ ਜਿਹੜਾ, ਯੂ ਦੇ ਨਾਲ ਤੁਸੀਂ ਹਾ ਪਏਗਾ, ਠੀਕ ਆ। ਉਸ ਤੋਂ ਬਾਅਦ ਤੁਸੀਂ ਐਫ ਦੱਬੋਗੇ ਤਾਂ ਤੁਹਾਡੀ ਸਿਹਾਰੀ ਪੈ ਜਾਏਗੀ। ਉਸ ਤੋਂ ਬਾਅਦ ਤੁਸੀਂ ਐਚ ਦਬਾਓਗੇ ਤਾਂ ਐਚ ਦੇ ਨਾਲ ਤੁਹਾਡਾ ਕੀ ਪੈ ਜਾਏਗਾ, ਪੱਪਾ। ਐਚ ਤੁਹਾਡਾ ਜੇ ਦੇ ਨਾਲ ਪਿਆ ਵਾ ਇਸ ਟਾਈਮ ਵਿਚਾਲੇ ਵਾਲੀ ਲਾਈਨ ਦੇ ਵਿੱਚ, ਉਹੀ ਜੇ ਵਾਲੀ ਉਂਗਲੀ ਨੂੰ ਤੁਸੀਂ ਐਚ ਤੇ ਲੈ ਜਾਣਾ ਵਾ। ਐਫ ਦਾ ਤੁਹਾਨੂੰ ਪਤਾ ਹੀ ਆ ਕਿ ਖੱਬੇ ਹੱਥ ਦੀ ਉਂਗਲ ਇਸ ਟਾਈਮ ਤੁਹਾਡੀ ਪਹਿਲੀ ਉਂਗਲ ਐਫ ਦੇ ਉੱਤੇ ਹੋਏਗੀ, ਉਹਦੇ ਨਾਲ ਤੁਸੀਂ ਐਫ ਆਪਣਾ ਜੋ ਸਿਹਾਰੀ ਆ ਉਹ ਪੈ ਜਾਏਗੀ, ਠੀਕ ਆ ਤੁਹਾਡੀ। ਸੋ ਉਸ ਤੋਂ ਬਾਅਦ ਐਚ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ ਐਚ ਲਈ ਤੁਹਾਡਾ ਮੈਂ ਕਲੀਅਰ ਕਰ ਦਿੱਤਾ ਕਿ ਜੇ ਵਾਲੀ ਜਿਹੜੀ ਆਪਣੀ ਨਾਲ ਆ ਉਹੀ ਉਂਗਲ ਨੂੰ ਤੁਸੀਂ ਇੱਥੇ ਲੈ ਕੇ ਜਾਣਾ ਵਾ, ਠੀਕ ਆ। ਸੋ ਹੋ ਗਿਆ ਹੋਇਆ ਤੁਹਾਡਾ। ਇਹਨੂੰ ਬਾਰ-ਬਾਰ ਟਾਈਪ ਕਰੋ, ਜਿੰਨਾ ਟਾਈਮ 2 ਨਹੀਂ ਨਿਬੜਦੇ ਤੁਸੀਂ ਅੱਗੇ ਨਹੀਂ ਵਧਣਾ। 2 ਲਾਈਨਾਂ ਟਾਈਪ ਕੀਤੀਆਂ ਉਸ ਤੋਂ ਬਾਅਦ ਅੱਗੇ ਵੱਧ ਜਾਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਇਸੇ ਤਰ੍ਹਾਂ ਤੁਸੀਂ ਪਹਿਲੇ ਐਕਸਰਸਾਈਜ਼ ਦੀ ਪ੍ਰੈਕਟਿਸ ਨਹੀਂ ਕੀਤੀ ਤਾਂ ਪਹਿਲਾਂ ਉਹ ਕਰਨੀ ਆ, ਕਿਉਂਕਿ ਫੇਰ ਹੀ ਤੁਹਾਨੂੰ ਈਜ਼ੀਲੀ ਹੋਏਗਾ, ਠੀਕ ਆ। ਬਾਹੀ ਕਿਤੋਂ ਪੈਣਾ ਜੀ, ਵਾਈ ਤੋਂ ਸਾਡਾ ਬੱਬਾ ਪੈ ਗਿਆ, ਠੀਕ ਆ। ਈ ਤੋਂ ਸਾਡਾ ਕੀ ਪੈ ਗਿਆ, ਈ ਤੋਂ ਸਾਡਾ ਕੰਨਾ ਪੈ ਗਿਆ, ਠੀਕ ਆ। ਸੋ ਹਾਹਾ ਸਾਡਾ ਕੀ ਤੋਂ ਪਿਆ, ਯੂ ਤੋਂ ਸਾਡਾ ਕੀ ਪੈ ਗਿਆ, ਯੂ ਤੋਂ ਸਾਡਾ ਪੈ ਗਿਆ ਹਾਹਾ ਪੈ ਗਿਆ। ਤੇ ਆਰ ਤੋਂ ਸਾਡਾ ਕੀ ਪੈ ਗਿਆ, ਆਰ ਤੋਂ ਸਾਡਾ ਬਿਹਾਰੀ ਪੈ ਗਿਆ। ਸੋ ਇਹਦੇ ਲਈ ਹੁਣ ਮੈਨੂੰ ਤੁਹਾਨੂੰ ਬਾਰ-ਬਾਰ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਬੱਬਾ ਕੀ ਤੋਂ ਪੈਣਾ। ਬੱਬਾ ਮੈਂ ਤੁਹਾਨੂੰ ਦੱਸਦਾ ਕਿ ਜੇ ਵਾਲੀ ਉਂਗਲ ਨੂੰ ਤੁਸੀਂ ਮੂਵ ਕਰਕੇ ਉਹਦੇ ਉੱਤੇ ਲੈ ਜਾਣਾ। ਈ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖ ਰਹੀ ਹੋਏਗੀ ਕਿ ਈ ਤੁਸੀਂ ਡੀ ਵਾਲੀ ਉਂਗਲ ਨੂੰ ਤੁਸੀਂ ਈ ਦੇ ਉੱਤੇ ਲੈ ਜਾਓ, ਈ ਪੈ ਜੂਗੀ। ਯੂ ਦੀ ਗੱਲ ਕਰਾਂ, ਯੂ ਲਈ ਤੁਸੀਂ ਜਿਹੜਾ ਜੇ ਵਾਲੀ ਉਂਗਲ ਆ, ਜਿਹੜੀ ਇਸ ਟਾਈਮ ਜੇ ਤੇ ਉਂਗਲ ਆ, ਠੀਕ ਆ, ਪਹਿਲੀ ਉਂਗਲ, ਉਹਨੂੰ ਸੱਜੇ ਹੱਥ ਦੀ, ਉਹਨੂੰ ਤੁਸੀਂ ਯੂ ਦੇ ਉੱਤੇ ਲੈ ਜਾਓ। ਤੇ ਉਸ ਤੋਂ ਬਾਅਦ ਆਰ ਦੀ ਅਗਰ ਮੈਂ ਗੱਲ ਕਰਾਂ, ਠੀਕ ਆ, ਆਰ ਆਪਾਂ ਕਿਤੋਂ ਪਾਉਣੀ ਆ, ਆਰ ਇਸ ਟਾਈਮ ਐਫ ਦੇ ਉੱਤੇ ਜਿਹੜੀ ਖੱਬੇ ਹੱਥ ਦੀ ਪਹਿਲੀ ਉਂਗਲ ਆ ਉਹਨੂੰ ਤੁਸੀਂ ਉਹਦੇ ਉੱਤੇ ਪਾ ਸਕਦੇ ਹੋ, ਠੀਕ ਆ। ਜਿਹੜੀਆਂ ਤੁਹਾਡੇ ਅੰਗੂਠੇ ਨੇ ਮੈਂ ਬਾਰ-ਬਾਰ ਕਹਿ ਰਿਹਾ ਤੁਹਾਡੇ ਸਪੇਸ ਦੇ ਉੱਤੇ ਹੋਣੇ ਚਾਹੀਦੀ ਆ, ਸਪੇਸ ਦਾ ਤੁਸੀਂ ਯੂਜ਼ ਕਰਨਾ ਵਾ ਨਾਲ ਦੀ ਨਾਲ, ਠੀਕ ਆ। ਨੈਕਸਟ ਆ ਗਿਆ ਜੀ ਸਾਡਾ ਬਾਜੀ ਕਿਤੋਂ ਪੈਣਾ ਜੀ, ਬਾਜੀ ਪਾਉਣ ਲਈ ਤੁਹਾਨੂੰ ਕੀ ਕਰਨਾ ਪੈਣਾ, ਸਾਰਿਆਂ ਤੋਂ ਪਹਿਲਾਂ ਵਾਈ, ਫਿਰ ਈ, ਫਿਰ ਪੀ ਤੇ ਫਿਰ ਆਰ, ਠੀਕ ਆ। ਵਾਈ ਤੋਂ ਸਾਡਾ ਕੀ ਪੈ ਗਿਆ, ਬੱਬਾ। ਕੰਨਾ ਕੀ ਤੋਂ ਪਿਆ, ਈ ਤੋਂ।
ਪੀ ਤੋਂ ਸਾਡਾ ਕੀ ਪਿਆ, ਪੀ ਤੋਂ ਸਾਡਾ ਪਿਆ ਜੱਜਾ, ਵਾਈ ਤੋਂ ਸਾਡਾ ਕੀ ਪਿਆ, ਆਰ ਤੋਂ ਸਾਡਾ ਕੀ ਪਿਆ, ਬਿਹਾਰੀ। ਸੋ ਬਾਜੀ ਪੈ ਗਿਆ। ਤੁਹਾਨੂੰ ਬਾਰ-ਬਾਰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਹੁਣ ਇੰਨਾ ਕੁ ਅੰਦਾਜ਼ਾ ਹੋ ਗਿਆ ਹੋਏਗਾ ਕਿਹੜੀ ਅੱਖਰ ਤੋਂ ਕਿਹੜਾ ਪੈਣਾ। ਦਰਜੀ ਕੀ ਤੋਂ ਪੈਣਾ ਜੀ, ਓ ਤੋਂ ਤੁਹਾਡਾ ਦੱਦਾ ਪਏਗਾ, ਤੇ ਜੇ ਤੋਂ ਸਾਡਾ ਕੀ ਪਏਗਾ, ਰਾਰਾ ਪਏਗਾ। ਜੱਜਾ ਸਾਡਾ ਕੀ ਤੋਂ ਪੈ ਰਿਹਾ, ਜੱਜਾ ਸਾਡਾ ਪੈ ਰਿਹਾ ਪੀ ਤੋਂ। ਜਿਹੜੇ ਕਿ ਤੁਹਾਡੀ ਚੀਚੀ ਆ, ਚੀਚੀ ਨੂੰ ਉੱਪਰ ਲੈ ਕੇ ਜਾਓ ਤਾਂ ਤੁਹਾਨੂੰ ਪੱਪਾ ਦੇ ਪੀ ਦਿਖ ਜਾਏਗਾ, ਉਹਦੇ ਨਾਲ ਜੱਜਾ ਪਏਗਾ। ਬਿਹਾਰੀ ਕੀ ਤੋਂ ਪੈ ਰਹੀ ਆ, ਆਰ ਨਾਲ ਪੈ ਰਹੀ ਆ। ਆਰ ਕਿੱਥੇ ਆ, ਐਫ ਤੋਂ, ਐਫ ਵਾਲੀ ਉਂਗਲ ਨੂੰ ਉੱਪਰ ਲੈ ਜਾਓ ਤਾਂ ਆਰ ਪੈ ਜਾਏਗੀ, ਸੋ ਬਿਹਾਰੀ ਪੈ ਜਾਏਗੀ। ਠੀਕ ਆ, ਆਰ ਤੋਂ ਤੁਹਾਡੀ ਬਿਹਾਰੀ ਪੈ ਗਈ। ਸੋ ਦਰਜੀ ਇਹਨੂੰ ਬਾਰ-ਬਾਰ ਲਿਖੋ। ਨੈਕਸਟ ਆ ਗਿਆ ਸਾਡਾ ਕਾਗਜ਼ ਕੀ ਤੋਂ ਪੈਣਾ, ਕੇ। ਠੀਕ ਆ ਜੀ, ਕੇ ਤੋਂ ਸਾਡਾ ਪੈ ਗਿਆ ਕੱਕਾ। ਈ ਤੋਂ ਸਾਡਾ ਕੀ ਪੈ ਗਿਆ, ਈ ਤੋਂ ਸਾਡਾ ਪੈ ਗਿਆ ਕੰਨਾ। ਤੇ ਆਈ ਤੋਂ ਸਾਡਾ ਕੀ ਪੈ ਗਿਆ, ਆਈ ਤੋਂ ਇਸ ਟਾਈਮ ਜੱਜੇ ਪੈਰ, ਆਈ ਤੋਂ ਸਾਡੇ ਤੋਂ ਕੀ ਪੈ ਰਿਹਾ ਵਾ, ਇੱਕ ਮਿੰਟ ਰੁਕੋ ਜੀ, ਮਿਟ ਗਿਆ ਇਹ। ਕੇ ਤੋਂ ਸਾਡਾ ਪੈ ਗਿਆ ਕੱਕਾ, ਈ ਤੋਂ ਸਾਡਾ ਕੀ ਪੈ ਗਿਆ, ਕੰਨਾ। ਸੋ ਆਈ ਤੋਂ ਸਾਡਾ ਪੈ ਗਿਆ ਜੀ ਗੱਗਾ, ਜਿਹੜਾ ਕਿ ਆਪਾਂ ਨੂੰ ਖੱਬੇ ਹੱਥ ਦੀ ਜਿਹੜੀ ਆਪਣੀ ਚੀਚੀ ਦੇ ਨਾਲ ਵਾਲੀ ਉਂਗਲ ਆ, ਚੀਚੀ ਦੇ ਨਾਲ ਵਾਲੀ ਗਈ ਜਾਣਾ, ਜਿਹੜੀ ਤੁਹਾਡੀ ਪਹਿਲੀ ਉਂਗਲ ਦੇ ਨਾਲ ਵਾਲੀ ਉਂਗਲ ਆ, ਵਿਚਾਲੇ ਵਾਲੀ ਵੱਡੀ ਉਂਗਲ, ਜਿਹੜੀ ਸਭ ਤੋਂ ਵੱਡੀ ਉਂਗਲ ਹੁੰਦੀ ਆ, ਉਹਦੇ ਨਾਲ ਤੁਹਾਡਾ ਆਈ ਦੱਬਿਆ ਤਾਂ ਗੱਗਾ ਪੈ ਗਿਆ। ਤੇ ਆਲਟ ਜੀ ਆਰ, ਸੱਜੇ ਹੱਥ ਸੱਜਾ ਆਲਟ ਜੀ ਆਰ ਦਾ ਯੂਜ਼ ਕਰਨਾ, ਖੱਬੇ ਪਾਸੇ ਵੀ ਇੱਕ ਆਲਟ ਹੁੰਦਾ, ਉਹ ਨਹੀਂ ਯੂਜ਼ ਕਰਨਾ। ਆਲਟ ਜੀ ਆਰ ਜਿਹੜਾ ਆਪਣਾ ਸਪੇਸ ਬਾਰ ਦੇ ਨਾਲ ਸੱਜੇ ਹੱਥ ਵਿੰਡੋ ਬਟਨ ਦੇ ਬਿਲਕੁਲ ਨਾਲ ਹੁੰਦਾ, ਉਹਦੇ ਨਾਲ ਤੁਸੀਂ ਯੂਜ਼ ਕਰਨਾ। ਤੇ ਨਾਲ ਤੁਸੀਂ ਜੱਜਾ ਉਹਦੇ ਨਾਲ ਵਾਲੀ ਉਂਗਲ ਦੇ ਨਾਲ ਹੀ ਪੀ ਦੱਬੋਗੇ ਤਾਂ ਜੱਜੇ ਪੈਰ ਬਿੰਦੀ ਸਿੱਧੀ ਪੈ ਜਾਏਗੀ। ਠੀਕ ਆ, ਸੋ ਇਹ ਵੀ ਤੁਹਾਡਾ ਹੋ ਗਿਆ ਵਾ। ਦੀਪਕ ਕੀ ਤੋਂ ਪੈਣਾ ਜੀ, ਓ ਤੋਂ ਸਾਡਾ ਦੱਦਾ ਪੈ ਗਿਆ। ਬਿਹਾਰੀ ਕੀ ਤੋਂ ਪਈ, ਆਰ ਤੋਂ ਸਾਡੀ ਬਿਹਾਰੀ ਪਈ। ਪੱਪਾ, ਐਚ ਤੋਂ ਸਾਡਾ ਕੀ ਪਿਆ, ਐਚ ਤੋਂ ਸਾਡਾ ਪਿਆ ਜੀ ਪੱਪਾ। ਠੀਕ ਆ, ਥੱਲੇ ਵਾਲੀ ਲਾਈਨ ਦੇ ਵਿੱਚ ਆ ਗਿਆ। ਕੇ ਤੋਂ ਸਾਡਾ ਕੱਕਾ। ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋਗੇ, ਆਪਦੀ ਤਿਆਰੀ ਨਾਲ ਦੀ ਨਾਲ ਰੱਖੋ ਤਾਂ ਹੀ। ਸੋ ਦੀਪਕ ਹੋ ਗਿਆ ਹੋਇਆ ਵਾ ਆਪਣਾ। ਨੈਕਸਟ ਆਪਣਾ ਆਏਗਾ ਜੀ ਬਾਡੀਗਾਰਡ। ਠੀਕ ਆ, ਸੋ ਬਾਡੀਗਾਰਡ ਤੁਸੀਂ ਕਿੱਦਾਂ ਪਾਉਣਾ, ਬਾਡੀਗਾਰਡ ਪਾਉਣ ਲਈ ਤੁਸੀਂ ਕੀ ਕਰਨਾ, ਵਾਈ ਤੋਂ ਸਾਡਾ ਕੀ ਪਏਗਾ, ਵਾਈ ਤੋਂ ਸਾਡਾ ਬੱਬਾ ਪੈ ਰਿਹਾ ਵਾ। ਈ ਤੋਂ ਸਾਡਾ ਕੀ ਪੈ ਰਿਹਾ ਜੀ, ਈ ਤੋਂ ਇਸ ਟਾਈਮ ਸਾਡਾ ਪੈ ਰਿਹਾ ਜੀ ਕੰਨਾ ਪੈ ਰਿਹਾ। ਸੋ ਆਹ ਵਾਲੇ ਬਟਨ ਤੋਂ ਜਿਹੜਾ ਆਪਣਾ ਬ੍ਰੈਕਟ ਸ਼ੁਰੂ ਹੁੰਦੀ ਆ, ਇਹਦੇ ਤੋਂ ਸਾਡਾ ਕੀ ਪੈ ਰਿਹਾ, ਇਹ ਤੋਂ ਸਾਡੀ ਪੈ ਰਹੀ ਆ ਡੱਡਾ। ਠੀਕ ਆ ਜੀ, ਸੋ ਬਿਹਾਰੀ ਲਈ ਤੁਹਾਡਾ ਆਰ ਪੈ ਰਿਹਾ ਵਾ। ਠੀਕ ਆ, ਸੋ ਨਾਲ ਹੀ ਤੁਹਾਡੇ ਆਈ ਦੇ ਨਾਲ ਤੁਹਾਡਾ ਕੀ ਪੈ ਰਿਹਾ ਵਾ, ਆਈ ਦੇ ਨਾਲ ਇਸ ਟਾਈਮ ਤੁਹਾਡੇ ਤੋਂ ਪੈ ਰਿਹਾ ਵਾ ਗੱਗਾ। ਗੱਗੇ ਨੂੰ ਕੰਨਾ ਕੀ ਤੋਂ ਪੈ ਰਿਹਾ, ਕੰਨਾ। ਇਹ ਤੁਹਾਡਾ ਥੋੜਾ ਜਿਹਾ ਵੱਡਾ ਅੱਖਰ, ਵੱਡਾ ਵਰਡ ਹੋ ਗਿਆ। ਈ ਦੇ ਨਾਲ ਤੁਹਾਡਾ ਕੰਨਾ ਪੈ ਗਿਆ। ਜੇ ਦੇ ਨਾਲ ਕੀ ਪੈ ਗਿਆ, ਜੇ ਦੇ ਨਾਲ ਤੁਹਾਡਾ ਰਾਰਾ ਪੈ ਗਿਆ। ਉਸ ਤੋਂ ਬਾਅਦ ਫੇਰ ਤੁਸੀਂ ਇਹੀ ਬਟਨ ਦੱਬਿਆ, ਬ੍ਰੈਕਟ ਸਟਾਰਟ ਦਾ ਡੱਡਾ ਪੈ ਗਿਆ। ਸੋ ਜਿਵੇਂ ਜਿਵੇਂ ਮੈਂ ਤੁਹਾਨੂੰ ਕੋਡਿੰਗ ਉੱਪਰ ਦਿੱਤੀ ਹੋਈ ਆ, ਉਵੇਂ ਉਵੇਂ ਤੁਸੀਂ ਬਾਰ-ਬਾਰ ਟਾਈਪ ਕਰਦੇ ਰਹਿਣਾ। ਪਿਤਾ ਕੀ ਤੋਂ ਪੈਣਾ ਜੀ, ਪਿਤਾ ਪਾਉਣ ਲਈ ਤੁਹਾਨੂੰ ਐਚ ਤੋਂ ਤੁਹਾਡਾ ਕੀ ਪਏਗਾ, ਐਚ ਤੋਂ ਤੁਹਾਡਾ ਪੱਪਾ ਪੈ ਗਿਆ। ਐਫ ਤੋਂ ਤੁਹਾਡੀ ਸਿਹਾਰੀ ਪੈ ਗਈ। ਐਲ ਤੋਂ ਤੁਹਾਡਾ ਤੱਤਾ ਪੈ ਗਿਆ। ਤੇ ਕੰਨਾ ਕੀ ਤੋਂ ਪਿਆ, ਈ ਤੋਂ ਤੁਹਾਡਾ ਕੰਨਾ ਪੈ ਗਿਆ। ਸੋ ਇਹਨੂੰ ਬਾਰ-ਬਾਰ ਤੁਸੀਂ ਟਾਈਪ ਕਰਨਾ। ਅੱਖਰ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਤੇ ਕਿਹੜੀ ਕੀ ਤੋਂ ਪੈਣੀ ਆ। ਤੋਤਾ ਕੀ ਤੋਂ ਪੈਣਾ ਜੀ, ਐਲ ਤੋਂ ਤੁਹਾਡਾ ਤੱਤਾ ਪੈ ਰਿਹਾ ਇਸ ਟਾਈਮ। ਠੀਕ ਆ, ਐਲ ਆਪਾਂ ਕੀਤਾ ਹੋਇਆ ਵਾ ਆਲਰੇਡੀ ਪਹਿਲੀ ਕਲਾਸ ਦੇ ਵਿੱਚ ਕਿ ਕਿਹੜੀ ਉਂਗਲ ਤੋਂ, ਜਿਹੜੀ ਚੀਚੀ ਦੇ ਨਾਲ ਵਾਲੀ ਉਂਗਲ ਹੁੰਦੀ ਆ, ਉਹਦੇ ਤੋਂ ਤੁਸੀਂ ਐਲ ਦਾ ਯੂਜ਼ ਕਰਨਾ ਵਾ। ਠੀਕ ਆ, ਸੋ ਹੋੜੇ ਲਈ ਤੁਹਾਡਾ ਵਿਚਾਲੇ ਵਾਲੀ ਹੀ ਉਂਗਲ ਜਿਹੜੀ ਚੀਚੀ ਹੁੰਦੀ ਆ ਆਪਣੀ ਖੱਬੇ ਹੱਥ ਦੀ, ਹੋੜੇ ਯੂਜ਼ ਕਰ ਲਾ। ਤੱਤਾ ਦੁਬਾਰਾ ਫੇਰ ਤੁਸੀਂ ਐਲ ਦੱਬੀ ਤੇ ਨਾਲ ਈ ਦੱਬੀ ਤਾਂ ਤੁਹਾਡਾ ਕੰਨਾ ਪੈ ਗਿਆ। ਠੀਕ ਆ ਜੀ, ਸੋ ਇਹਨੂੰ ਬਾਰ-ਬਾਰ ਟਾਈਪ ਕਰੋ ਤੁਸੀਂ। ਠੀਕ ਆ ਜੀ, ਪਹਿਲਾਂ ਦੋ ਕਰ ਲਓ, ਉਸ ਤੋਂ ਬਾਅਦ ਦੂਰੀ ਕਿਤੋਂ ਪੈਣਾ, ਓ ਤੋਂ ਸਾਡਾ ਦੱਦਾ ਪੈ ਰਿਹਾ। ਠੀਕ ਆ ਜੀ, ਟੀ ਤੋਂ ਸਾਡਾ ਦਲੈਂਕੜ ਪੈ ਰਿਹਾ। ਜੇ ਕੀ ਤੋਂ ਪੈ ਰਿਹਾ, ਜੇ ਤੋਂ ਸਾਡਾ ਪੈ ਰਿਹਾ ਰਾਰਾ। ਠੀਕ ਆ, ਬਿਹਾਰੀ ਕੀ ਤੋਂ ਪੈ ਰਹੀ ਆ, ਬਿਹਾਰੀ ਸਾਡੀ ਪੈ ਰਹੀ ਆ ਆਰ ਤੋਂ ਸਾਡੀ ਬਿਹਾਰੀ ਪੈ ਰਹੀ ਆ। ਇਹਨੂੰ ਹੁਣ ਤੁਹਾਨੂੰ ਨਾਲ ਦੀ ਨਾਲ ਅੱਖਰ ਤੁਹਾਨੂੰ ਯਾਦ ਵੀ ਹੋਣ ਲੱਗੇ ਹੋਣਗੇ। ਸੋ ਬਹੁਤ ਹੀ ਈਜ਼ੀਲੀ ਤਰੀਕੇ ਦੇ ਨਾਲ ਆਪਾਂ ਇਹ ਕਰ ਰਹੇ ਹਾਂ। ਸੋ ਤੁਹਾਡਾ 1-2 ਰਹਿ ਗਏ ਬਸ ਹੁਣ ਅੱਖਰ, ਉਸ ਤੋਂ ਬਾਅਦ ਤੁਸੀਂ ਆਪਦਾ ਅਭਿਆਸ ਲਗਾਤਾਰ ਜਾਰੀ ਕਰਨਾ। ਰਾਈਟ ਆਲਟ ਪਲੱਸ ਪੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਜੱਜੇ ਪੈਰ ਬਿੰਦੀ ਪੈ ਗਈ। ਠੀਕ ਆ, ਉਸ ਤੋਂ ਬਾਅਦ ਜਦੋਂ ਤੁਸੀਂ ਏ ਦੱਬਿਆ, ਏ ਦੇ ਨਾਲ ਤੁਹਾਡਾ ਹੋੜਾ ਪੈ ਗਿਆ। ਠੀਕ ਆ, ਸੋ ਰਾਰੇ ਲਈ ਤੁਹਾਡਾ ਜੇ ਦੇ ਨਾਲ ਤੁਹਾਡਾ ਰਾਰਾ ਪੈ ਗਿਆ। ਸੋ ਇਹਨੂੰ ਤੁਸੀਂ ਬਾਰ-ਬਾਰ ਅਭਿਆਸ ਕਰਨਾ ਵਾ। ਜਿਵੇਂ ਜਿਵੇਂ ਤੁਸੀਂ ਅਭਿਆਸ ਕਰੀ ਜਾਓਗੇ ਤੁਹਾਨੂੰ ਆ ਜਾਏਗਾ। ਪੀ ਤੋਂ ਤੁਹਾਡਾ ਜੱਜਾ ਪੈ ਗਿਆ। ਠੀਕ ਆ, ਸਿਹਾਰੀ ਪਾਉਣ ਲਈ ਤੁਸੀਂ ਕੀ ਕੀਤਾ, ਸਿਹਾਰੀ, ਉਸ ਤੋਂ ਬਾਅਦ ਤੁਸੀਂ ਐਫ ਦੱਬਿਆ ਤਾਂ ਤੁਹਾਡੀ ਸਿਹਾਰੀ ਪੈ ਗਈ। ਉਸ ਤੋਂ ਬਾਅਦ ਤੁਸੀਂ ਆਈ ਦੱਬਿਆ, ਕੀ ਪਿਆ ਤੁਹਾਡਾ ਗੱਗਾ ਪੈ ਗਿਆ। ਤੇ ਰਾਰਾ ਜੇ ਦੱਬਿਆ ਤਾਂ ਤੁਹਾਡਾ ਕੀ ਪੈ ਗਿਆ, ਰਾਰਾ ਪੈ ਗਿਆ, ਜਿਗਰ ਬਣ ਗਿਆ ਇਹ। ਠੀਕ ਆ ਜੀ, ਬਹੁਤ ਹੀ ਈਜ਼ੀਲੀ ਤੁਹਾਡਾ ਹੋ ਰਿਹਾ ਬੋਰਡ। ਠੀਕ ਆ ਜੀ, ਬੋਰਡ ਕਿਤੋਂ ਪੈਣਾ, ਮੈਂ ਸੋ ਆ ਥੋੜਾ ਜਿਹਾ ਮਿਸਟੇਕ ਹੋ ਗਈ ਹੋਈ ਆ, ਬੋਰਡ ਨਹੀਂਗਾ ਇਹ। ਆਪਾਂ ਕੀ ਪਾਇਆ ਸੀ, ਇਹ ਮੈਂ ਪਾਇਆ ਸੀਗਾ ਬੱਬਾ, ਬੱਬੇ ਨੂੰ ਹੋੜਾ, ਰਾਰਾ। ਠੀਕ ਆ, ਡੱਡੇ ਦੇ ਪੈਰ ਮੈਂ ਬਿੰਦੀ ਪਾਈ ਸੀ ਕਿਉਂਕਿ ਬਿੰਦੀ ਵਾਲੇ ਅੱਖਰ ਥੋੜੇ ਜਿਹੇ ਘੱਟ ਆਏ ਸੀ, ਸੋ ਇਸ ਲਈ ਮੈਂ ਐਡ ਕੀਤਾ। ਵੈਸੇ ਬੋਰਡ ਬਿੰਦੀ ਤੋਂ ਬਿਨਾਂ ਪੈਂਦਾ ਵਾ, ਇੱਥੇ ਮੈਂ ਪਾਤਾ ਹੋਇਆ, ਦੇਖੋ ਜੀ। ਠੀਕ ਆ ਜੀ, ਬੱਬਾ। ਸੋ ਬਸ ਰਾੜੇ ਦੀ ਜਗ੍ਹਾ ਤੇ ਡੱਡੇ ਪੈਰ ਬਿੰਦੀ ਆ। ਠੀਕ ਆ, ਬਾਕੀ ਸਾਰਾ ਸੇਮ ਆ। ਬੱਬੇ ਲਈ ਤੁਸੀਂ ਵਾਈ ਦੇ ਨਾਲ ਤੁਹਾਡਾ ਬੱਬਾ ਪੈ ਗਿਆ।
ਏ ਦੇ ਨਾਲ ਜਦੋਂ ਤੁਸੀਂ ਯੂਜ਼ ਕੀਤਾ ਤਾਂ ਹੋੜਾ ਪੈ ਗਿਆ, ਠੀਕ ਆ। ਸੋ ਨੈਕਸਟ ਤੁਸੀਂ ਜੇ ਦੱਬਿਆ ਤਾਂ ਕੀ ਪੈ ਗਿਆ, ਰਾਰਾ ਪੈ ਗਿਆ। ਡੱਡਾ, ਹੁਣ ਆਪਾਂ ਡੱਡੇ ਪੈਰ, ਇੱਥੇ ਅੜਾੜੇ ਦੀ ਜਗ੍ਹਾ ਦੇ ਉੱਤੇ ਡੱਡੇ ਪੈਰ ਬਿੰਦੀ ਕਰ ਲਿਓ, ਠੀਕ ਆ। ਡੱਡੇ ਪੈਰ ਬਿੰਦੀ ਪਾਉਣ ਲਈ ਤੁਸੀਂ ਕੀ ਕਰਨਾ, ਜਦੋਂ ਤੁਸੀਂ ਪਹਿਲਾਂ ਆਹ ਵਾਲਾ ਦੱਬੋਗੇ ਬ੍ਰੈਕਟ ਸਟਾਰਟ ਵਾਲਾ, ਜਿਹੜਾ ਤੁਹਾਨੂੰ ਉੱਪਰ ਦਿਖ ਰਿਹਾ ਹੋਊਗਾ, ਜਿਹੜੀ ਕਿ ਤੁਹਾਡੀ ਪਹਿਲੀ ਲਾਈਨ ਦਾ ਬਿਲਕੁਲ ਲਾਸਟ ਦੇ ਉੱਤੇ ਸੱਜੇ ਹੱਥ ਤੇ ਦੇਖੋ, ਠੀਕ ਆ। ਇਹਦੇ ਨਾਲ ਤੁਹਾਡਾ ਡੱਡਾ ਪੈ ਗਿਆ, ਤੇ ਨਾਲ ਹੀ ਤੁਸੀਂ ਆਹ ਵਾਲਾ ਬਟਨ ਦੱਬੋਗੇ ਤਾਂ ਇਹਦੇ ਪੈਰ 'ਚ ਬਿੰਦੀ ਪੈ ਜਾਏ। ਕਿਸੇ ਵੀ ਅੱਖਰ ਦੇ ਪੈਰ ਦੇ ਵਿੱਚ ਜਦੋਂ ਬਿੰਦੀ ਪਾਉਣੀ ਆ ਨਾ, ਤਾਂ ਉਹ ਇਹਦੇ ਨਾਲ ਵੀ ਪੈ ਜਾਂਦੀ ਹੁੰਦੀ ਆ, ਠੀਕ ਆ ਜੀ। ਸੋ ਇਹ ਵੀ ਤੁਹਾਡਾ ਹੋ ਗਿਆ ਹੋਇਆ ਵਾ। ਹੁਣ ਮੇਰੇ ਅਕੋਰਡਿੰਗ ਇਹ ਆਪਣਾ ਇੱਕ ਦੋ ਰਹਿ ਗਏ ਹੋਏ ਨੇ। ਗਰਾਹੀ ਪਾਉਣਾ ਵਾ ਆਪਾਂ, ਆਈ ਦੇ ਨਾਲ ਗੱਗਾ ਪੈ ਰਿਹਾ, ਜੇ ਦੇ ਨਾਲ ਤੁਹਾਡਾ ਰਾਰਾ ਪੈ ਰਿਹਾ, ਕੰਨੇ ਲਈ ਤੁਸੀਂ ਈ ਦਾ ਯੂਜ਼ ਕਰ ਰਹੇ ਹੋ, ਹਾਹਾ ਤੁਹਾਡਾ ਯੂ ਤੋਂ ਪੈ ਰਿਹਾ ਵਾ, ਠੀਕ ਆ। ਬਿਹਾਰੀ ਤੁਹਾਡਾ ਆਰ ਤੋਂ ਪੈ ਰਿਹਾ। ਸੋ ਇਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ। ਹੁਣ ਨੈਕਸਟ ਆਪਾਂ ਤੀਜੀ ਰੋ ਕਰਾਂਗੇ ਬਿਨਾਂ ਸ਼ਿਫਟ ਵਾਲੀ, ਅਗਲੀ ਕਲਾਸ 'ਚ ਕਰਾਂਗੇ। ਸੋ ਇਸ ਟਾਈਮ ਤੁਸੀਂ ਕਨਫਿਊਜ਼ ਨਹੀਂ ਹੋਣਾ, ਇਸ ਲਈ ਮੈਂ ਤੁਹਾਨੂੰ ਕਿਹਾ ਕਿ ਪਹਿਲਾਂ ਤੁਸੀਂ ਇਹ ਯੂਜ਼ ਕਰੋ, ਇਹਨੂੰ ਤੁਸੀਂ ਬਾਰ-ਬਾਰ ਅਭਿਆਸ ਕਰੋ, ਤੇ ਜੀਕੇ ਦੀ ਤਿਆਰੀ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ। ਨਾਲ ਆਪਾਂ PSSB ਜਾਂ ਜੋ ਵੀ ਪੰਜਾਬ ਦੇ ਆਉਣ ਵਾਲੇ ਅਪਕਮਿੰਗ ਐਗਜ਼ਾਮ ਨੇ ਉਹਦੇ ਲਈ ਜੀਕੇ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਨੇ, ਉਹ ਵੀ ਤੁਸੀਂ ਜਾ ਕੇ ਆਪਣੀਆਂ ਦੇਖ ਸਕਦੇ ਹੋ ਵਿਦ PDF ਪੰਜਾਬੀ ਤੇ ਅੰਗਰੇਜ਼ੀ ਭਾਸ਼ਾ 'ਚ, ਠੀਕ ਹੈ ਜੀ। ਸੋ ਅਗਰ ਤੁਹਾਨੂੰ ਹੈਲਪ ਮਿਲੇ ਤਾਂ ਤੁਸੀਂ ਕਮੈਂਟ ਕਰਨਾ ਕਿ ਹੈਲਪ ਹੋ ਰਹੀ ਆ। ਅਗਰ ਆਪਣੇ ਤੋਂ ਕੋਈ ਵੀ ਮਿਸਟੇਕ ਹੋ ਰਹੀ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਇਹ ਚੀਜ਼ ਇਸ ਤਰ੍ਹਾਂ ਸਮਝ ਨਹੀਂ ਆ ਰਹੀ, ਤਾਂ ਤੁਸੀਂ ਤਾਂ ਵੀ ਕਮੈਂਟ ਕਰਨਾ ਵਾ, ਮੈਂ ਤੁਹਾਡਾ ਰਿਪਲਾਈ ਕਰਾਂਗਾ। ਤਾਂ ਉਸ ਚੀਜ਼ ਨੂੰ ਆਪਾਂ ਅਗਲੀ ਕਲਾਸ ਦੇ ਵਿੱਚ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। 5-6 ਕਲਾਸਾਂ ਦੇ ਵਿੱਚ ਆਪਾਂ ਬੇਸਿਕ ਟਾਈਪਿੰਗ ਸਿੱਖ ਲਵਾਂਗੇ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਅਗਲੀ ਕਲਾਸ ਲਈ। ਇਹਨੂੰ ਚੰਗੀ ਤਰ੍ਹਾਂ ਕਰੋ, ਠੀਕ ਹੈ ਜੀ।